ਸਾਵਧਾਨ ਇਕਾਗਰ ਚਿਤ ਹੋ ਕੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਸਰੂਪ ਦਾ ਧਿਆਨ ਧਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਖਸ਼ਿਸ਼ ਕੀਤੇ ਹੋਏ ਮੰਤਰ ਆਪਣੀਆਂ ਰੂਹਾਂ ਦੇ ਭਲੇ ਲਈ, ਪ੍ਰਲੋਕ ਸੁਧਾਰ ਚੁੱਕੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ, ਬੱਚੇ ਬੱਚੀਆਂ ਦੇ ਉੱਚੇ ਸੁੱਚੇ ਉਜਲੇ ਭਵਿੱਖ ਲਈ, ਪਿੰਡ ਕਸਬੇ ਸਮੁੱਚਾ ਸਮਾਜ ਅਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ, ਭਾਰਤ ਦੇਸ਼ ਦੀ ਤਰੱਕੀ, ਸਾਰੇ ਸੰਸਾਰ ਵਿੱਚ ਅਮਨ ਸ਼ਾਂਤੀ ਦੀ ਸਥਾਪਨਾ ਲਈ ਇਹਨਾਂ ਮੰਤਰਾਂ ਦੇ ਜਾਪ ਜਪੀਏ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਵਾਹਿਗੁਰੂ 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 ਵਾਹਿਗੁਰੂ। ਧੰਨ ਧੰਨ ਛਤਰ ਚਬਰ ਤਖਤ ਦੇ ਮਾਲਕ, ਬਾਣੀ ਕੇ ਬੋਹਿਤ, ਸਾਰੀ ਮਨੁੱਖਤਾ ਦੇ ਸਾਂਝੇ ਗਿਆਨ ਦਾਤਾ, ਪਤਿਤ ਪਾਵਨ ਭਗਤ ਵਸ਼ਲ ਅੰਤਰਜਾਮੀ ਗਰੀਬ ਨਵਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਿੱਤਰ ਹਜ਼ੂਰੀ ਅੰਦਰ जुड़ बैठी गुरु जी की साजी नमाजी साध संग जीओ। गुरु जी के खास स्वरूप खालसा साध संग जी सतसंगी जनों जिन्हां ते गुरु पातशाह ने कृपा करके जीवन का कुछ समा अपनी हजूरी अंदर बैठ के हरि जस कीर्तन का लाभ प्रदान कराना कीता है। ये गुरु प्यारी साध संग जी अज बीता है गुरमत समागम मेरे अति सत्कारयोग सरदार मनप्रीत सिंह जी कमांडर साहब नाल सहयोगी इस शास्त्री मार्केट दी संगतां दे नाल गुरु पातशाह सेवा लै रहे, जिहदे विच कीर्तन की सेवा निष्काम कीर्तनी जथे वल्लों निभाई जा रही है। गुरु की रहमत नाल प्रबंधकी जना ने सुंदर पंडाल सजाण का यतन किया। गुरु पातशाह के बहुत सुंदर तख्त सजाने किए, प्रकाश किए हुए ने। गुरु पातशाह बाहो बाहो बाणी निरंकार की शक्ल बड़े खुश होणगे जदों संगतां इन्हां दी गोद च बैठियां होणगीआं ते हरि जस हुंदा होवेगा। इस दे नाल नाल साउंड का अच्छा इंतजाम किया होया ताकि हर एक तक गुरु का संदेश गुरु की बाणी पहुँच सके। एक जोके युग का फायदा लैंदे हम प्रोजैक्टर राही उस बाणी नूं आप जी दे रूबरू किया जा रहा, क्योंकि पहले गल्लां साडे कोल नहीं सन ताकि सानूं बाणी दे अर्थ बोध का पता लगे। वो किसी विद्वान की टीका किया होया प्रोफैसर साहिब सिंह डी लिट का काफ़ी मेहनत की, सारिया भाषावां सीखणियां, उन्हां दी व्याकरण देखनी, बहुत कुछ मेहनत नाल सारा कुछ पिछले टीके देखने। वो आप जी दे रूबरू हो रहा, गुरु की देग बरत रही है, गुरु के लंगर चल रहे हैं। जिथों तक भी एक प्रबंधकी ढांचा ठीक होना चाहिए वो बहुत ही साफ सुथरा प्रबंध बनाया होया। आप भी बड़ी एकाग्रचित होकर इस कीर्तन का लहर लै रहे। चल रहे कीर्तन थोड़े देर लिए दास नूं आप जी दे जोड़े झाड़न का हुक्म होया। दास तो पहला मेरे सत्कारयोग वीर जी आप जी ने जो शब्द की सांझ पा रहे सन, वो नितनेम दी बाणियां विच गुरु पातशाह ने बख्शिश किए ने, गुरु अर्जन देव जी ने, जिहदे विच बंदे दी मनुख जूनी दा इस लाइफ का की मकसद है उन्होंने गुरु पातशाह ने खोल के
ਵਿਆਖਿਆ ਕੀ ਹੋਈ? ਇਹਦੇ ਨਾਲ ਢੁਕਵੇਂ ਪ੍ਰਮਾਣ ਕਬੀਰ ਜੀ ਦਾ ਲਾਇਆ ਗਿਆ, ਬਹੁਬਤ ਕਹੋਂ ਪੁਕਾਰ ਪੁਕਾਰ ਜੀ, ਚਾਹੇ ਜਿੱਤ ਕੇ ਜਾ ਚਾਹੇ ਹਾਰ ਕੇ ਜਾ। ਇਸ ਦੇ ਨਾਲ ਚਰਨਕਾਲੇ ਦੇ ਸੰਜਾਰੀਆ ਮਿਲ ਜਗਦੀਸ਼, ਉਸੇ ਨਾਲ ਟੌਪਿਕ ਜਿਹੜੇ ਗੁਰਬਾਣੀ ਵਿੱਚੋਂ 2 ਪ੍ਰਮਾਣ ਛੋਟੇ ਛੋਟੇ ਹੋਰ ਲਾਏ ਨੇ। ਸੋ ਦਾਸ ਦੀ ਪਹਿਲੀ ਬੇਨਤੀ ਹੈ ਕਿ ਦਾਸ ਕੋਈ ਵਿਸ਼ੇਸ਼ ਤੌਰ ਤੇ ਧਾਰਮਿਕ ਆਗੂ ਨਹੀਂ ਹੈ, ਕਥਾਵਾਚਕ ਨਹੀਂ ਹੈ। ਜਿਹੜੀ ਕੌਮ 'ਚ ਅੱਜ ਲੋੜ ਹੈ, ਉਹ ਜਿੰਨੀ ਕੁ ਤੁਸੀਂ ਬੁੱਧੀ ਬਖਸ਼ੀ ਗੁਰੂ ਪਾਤਸ਼ਾਹ ਨੇ, ਉਹਦੇ ਵਿੱਚ ਅਸੀਂ ਦਾਇਰੇ ਵਿੱਚ ਰਹਿ ਸਕਦੇ ਹਾਂ। ਆਪਾਂ ਆਪਣੀ ਬੁੱਧ ਜੇਤੀ ਵਰਨ ਤੇ ਭਿੰਨ ਭਿੰਨ ਤੋਂ ਹਿਤੇ। ਇਹ ਵੀ ਇੱਕ ਬੜਾ ਮਸਲਾ ਵੀ ਬੰਦੇ ਦੀ ਕਦੇ ਵੀ ਇੱਕੋ ਜਿਹੀ ਬੁੱਧੀ ਨਹੀਂ ਹੋਈ। ਇਸ ਕਰਕੇ ਆਪ ਜੀ ਅਸੀਸ ਬਖਸ਼ਣੀ ਹੈ ਤਾਂ ਕਿ ਮੈਂ ਆਪ ਜੀ ਦੀ ਥੋੜੇ ਚੱਲੇ ਸੁਚੱਜੀ ਸੇਵਾ ਨਿਭਾ ਸਕਾਂ। ਇਸ ਤੋਂ ਬਾਅਦ ਫਿਰ ਮੇਰੇ ਅਤੀ ਸਤਿਕਾਰਯੋਗ ਕੀਰਤਨੀਏ ਵੀਰ ਬੈਠੇ ਨੇ, ਥੋੜਾ ਚਿਰ ਹੋਰ ਆਪ ਜੀ ਦੀ ਸੇਵਾ ਨਿਭਾਉਣਗੇ। ਤੋ ਅਸੀਸ ਵਜੋਂ ਆਪ ਜੀ ਦਾਸ ਦੇ ਸਿਰ ਤੇ ਆਪਣਾ ਮਨ ਕਰਕੇ ਮਿਹਰ ਭਰਿਆ ਹੱਥ ਰੱਖੋ। ਆਪ ਗੁਰੂ ਦਾ ਰੂਪ ਹੋ, ਗੁਰੂ ਪਾਤਸ਼ਾਹ ਬਿਰਾਜਮਾਨ ਨੇ। ਸੀਸ ਗੁਰੂ ਜੀ ਨੂੰ ਛੋਟਾ ਜਿਹਾ ਝੁਕਾਉਂਦੇ ਹੋਏ ਅੰਦਰੋਂ ਹੋ ਕੇ ਨਾਲ ਰਸਨਾ ਪਵਿੱਤਰ ਕਰੀਏ ਤੇ ਗੱਜ ਕੇ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਆਪ ਜੀ ਦੀ ਅਸੀਸ, ਜਿਸ ਸਦਕਾ ਬੜੇ ਕੰਮ ਹੁੰਦੇ ਨੇ। ਦਾਸ ਦੀ ਪਹਿਲੀ ਬੇਨਤੀ ਹੁੰਦੀ ਹੈ, ਅੱਜ ਜਿਹੜੀ ਸਾਡੇ 'ਚ ਕੌਮੀ ਪਿਆਰ ਘਟਦਾ ਜਾਂਦਾ, ਜਾਂ ਇਸ ਦੁਨੀਆ ਤੋਂ ਧਰਮ ਦੀ ਜਿਹੜੀ ਹੈ ਸਥਿਤੀ ਉਹ ਕਮਜ਼ੋਰ ਪੈਂਦੀ ਜਾ ਰਹੀ ਹੈ। ਭਾਵ ਧਰਮ ਮਨੁੱਖ ਜੂਨੀ ਵਾਸਤਾ ਹੁੰਦੇ ਹੈ। ਇਸ ਤੋਂ ਪਹਿਲਾਂ ਸਾਡੇ ਖਾਲਸਾ ਪੰਥ ਤੋਂ ਪਹਿਲਾਂ ਤਕਰੀਬਨ 7 ਧਰਮ ਜਿਹੜੇ ਹੋਂਦ ਵਿੱਚ ਆਏ ਨੇ। ਇਹ 8ਵਾਂ ਹੈ, ਜਿਹਦੇ ਵਿੱਚ ਗੁਰੂ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਪੰਜਾਬ ਦੀ ਸਰਜ਼ਮੀਨ ਤੇ ਜਨਮ ਦਿੱਤਾ ਔਰ ਸਿੱਖਾਂ ਦੇ ਘਰਾਂ 'ਚ ਜਨਮ ਪ੍ਰਾਪਤ ਹੋਇਆ। ਜ਼ਮੀਨਾਂ ਦਾ ਬੜਾ ਫਰਕ ਹੈ। ਜਿਵੇਂ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਜਿਹੜੀ ਧਰਤੀ ਹੋਰ ਪਰੇ ਹੋਰ ਧਰਤੀਆਂ ਬੜੀਆਂ ਨੇ, ਇਹ ਪੰਜਾਬ ਦੀ ਸਰਜ਼ਮੀਨ ਜਿਹੜੀ ਦੁਨੀਆ ਦਾ ਇੱਕ ਅਹਿਮ ਹਿੱਸਾ ਹੈ, ਜਿਹਦੇ ਤੇ ਸਾਨੂੰ ਆ ਕੇ ਜਨਮ ਪ੍ਰਾਪਤ ਹੋਇਆ। ਹੁਣ ਆਪਾਂ ਇਹ ਸੋਚਦੇ ਹਾਂ, ਜਦੋਂ ਅਸੀਂ 2-3 ਸਾਲ ਦੇ ਹੁੰਦੇ ਹਾਂ, ਸਾਨੂੰ ਕੋਈ ਨਹੀਂ ਪਤਾ ਹੁੰਦਾ। ਜਿਵੇਂ ਅਸੀਂ ਅੱਗੇ ਵੱਧਦੇ ਹਾਂ, ਫਿਰ ਸਾਨੂੰ ਪਤਾ ਲੱਗਦਾ ਵੀ ਇੱਥੇ ਦੁੱਖ ਵੀ ਹੈਗੇ ਨੇ, ਇੱਥੇ ਮੌਤ ਹੈ, ਗਰੀਬੀ ਹੈ, ਅਮੀਰੀ ਹੈ, ਇੱਜ਼ਤ ਹੈ, ਬੇਇੱਜ਼ਤੀ ਹੈ, ਮਨੁੱਖ ਜੂਨੀ 'ਚ ਚੀਜ਼ਾਂ ਨੇ। ਇਹਦੇ ਨਾਲ ਇਸ ਧਰਤੀ ਤੇ ਬੜੇ ਜ਼ਾਲਮ ਲੋਕ ਨੇ, ਬੜੇ ਦਇਆਵਾਨ ਲੋਕ ਨੇ, ਧਰਮੀ ਬੜੇ ਨੇ, ਅਧਰਮੀ ਬੜੇ ਨੇ। ਗੁਰੂ ਨਾਨਕ ਜੀ ਨੇ ਇਸ ਗੱਲ ਨੂੰ ਵਿਆਖਿਆ 'ਚ 3 ਪੌੜੀਆਂ ਉਚਾਰਨ ਕੀਤੀਆਂ। ਪਹਿਲੀ ਕੀਤੀ ਹੈ ਅਸੰਖ ਜਪ, ਅਸੰਖ ਭਾਓ। ਅਸੰਖਾਂ ਹੀ ਲੋਕ ਜਿਹੜੇ ਪ੍ਰਮਾਤਮਾ ਦਾ ਆਪੋ ਆਪਣੇ ਤਰੀਕੇ ਵਿਧੀ ਅਨੁਸਾਰ ਜਪ ਕਰਦੇ ਨੇ, ਉਹਦੇ ਨਾਲ ਪਿਆਰ ਪਾਉਂਦੇ। ਅੱਗੇ ਦੂਸਰੀ ਪੌੜੀ ਸ਼ੁਰੂ ਕਰਦੇ ਨੇ ਅਸੰਖ ਮੂਰਖ, ਅੰਧ ਘੋਰ, ਅਸੰਖ ਚੋਰ, ਹਰਾਮ ਖੋਰ। ਉਸ ਟਾਈਮ ਜਦੋਂ ਗੁਰੂ ਪਾਤਸ਼ਾਹ ਆਏ ਨੇ, ਉਦੋਂ ਦੇ ਸਮੇਂ ਦੇ ਅਨੁਸਾਰ ਜਾਂ ਪਿਛਲਾ ਇਤਿਹਾਸ ਦੇਖ ਕੇ ਜਾਂ ਆਉਣ ਵਾਲੇ ਸਮੇਂ ਨੇ ਬਾਝ ਸਕਦੇ ਹੁੰਦੇ ਨੇ, ਤੇ ਤ੍ਰੈ ਕਾਲਦਰਸ਼ੀ ਹੁੰਦੇ ਨੇ। ਇਹਨਾਂ ਨੂੰ ਪਿਛਲਾ ਵੀ ਹੁੰਦਾ ਗਿਆਨ, ਅਗਲੇ 'ਚ ਵੀ ਪਤਾ ਹੁੰਦਾ, ਤੇ ਜਿਹੜਾ ਵਰਤਮਾਨ ਉਹਦੇ 'ਚ ਵੀ ਪਤਾ ਹੁੰਦਾ, ਪਰ ਇਹ ਰਹਿੰਦੇ ਕਿਸੇ ਹੁਕਮ ਵਿੱਚ ਹੈ। ਇਸ ਕਰਕੇ ਸਾਰਾ ਅੱਗੇ ਜਾ ਕੇ ਸੰਖਨਾਬ, ਸੰਖਥਾਬ, ਕਿੰਨੇ ਨਾਮ ਨੇ, ਕਿੰਨੇ ਥਾਂ ਨੇ ਇੱਥੇ, ਉਹਦੇ 'ਚ ਚੱਲ ਪੈਂਦੇ ਨੇ। ਉਹਨਾਂ ਹਰ ਚੀਜ਼ ਦਾ ਕੋਈ ਨਾ ਕੋਈ ਨਾਂ ਰੱਖਿਆ ਗਿਆ, ਤਾਰੇ ਰੱਖਿਆ ਗਿਆ, ਆਕਾਸ਼ ਰੱਖਿਆ ਗਿਆ, ਹਵਾ ਰੱਖਿਆ ਗਿਆ, ਪਾਣੀ, ਆਪੋ ਆਪਣੀ ਬੋਲੀ। ਇਹ ਸਾਰਾ ਕੁਝ ਭਿੰਨ ਰੰਗ ਨਸਲਾਂ ਦਾ ਫਰਕ ਹੈ। ਇਸ ਕਰਕੇ ਜਿਹੜਾ ਮੇਨ ਮਕਸਦ ਹੈ ਧਰਮ ਦਾ, ਉਹ ਹੈ ਕਿ ਬੰਦੇ ਦੇ ਮਰਨ ਤੋਂ ਬਾਅਦ ਬੰਦਾ ਮੁੱਕਦਾ ਨਹੀਂ। ਇਹਦੇ 2 ਪਾਰਟ ਰੱਖੇ ਜਾਂਦੇ ਨੇ, ਇੱਕ ਬੋਡੀ ਹੈ, ਇੱਕ ਸੋਲ ਹੈ, ਜੀਵ ਆਤਮਾ ਹੈ ਤੇ ਸਰੀਰ ਹੈ। ਇਹ ਤੁਸੀਂ ਗੁਰੂ ਅਮਰਦਾਸ ਸਾਹਿਬ ਜੀ ਤੋਂ ਸਬਕ ਲੈ ਸਕਦੇ ਹੋ ਕਿ ਇਹ ਸਰੀਰਾ ਮੇਰਿਆ, ਹਰ ਤੋਂ ਮੈਂ ਜੋਤ ਰੱਖੀ ਤਾ ਤੂੰ ਜਗ ਮੈਂ ਹੈ। ਭਾਵ ਤੇਰੇ 'ਚ ਇੱਕ ਜੋਤ ਹੈ, ਤੇ ਉਹ ਜੋਤ ਦਾ ਨਿਰੂਪਣ ਗੁਰੂ ਪਾਤਸ਼ਾਹ ਕਹਿੰਦੇ ਨੇ ਮਨ ਤੂੰ ਜੋਤ ਮਨ। ਇਹਦੇ 'ਚ ਜਿਹੜੀ ਮੇਨ ਚੀਜ਼ ਹੈ,
ਇੱਕ ਤਨ ਹੈ, ਇੱਕ ਮਨ ਹੈ, ਇੱਕ ਆਮ ਸਾਡੇ ਕੋਲ ਧਨ ਹੈ। ਤਿੰਨ ਚੀਜ਼ਾਂ ਸਾਡੇ ਕੋਲ ਵਿਸ਼ੇਸ਼ ਨੇ ਮਨੁੱਖਾਂ ਕੋਲ। ਮਨ ਸਾਡੇ ਕੋਲ ਇੱਕ ਵਿਸ਼ੇਸ਼ ਚੀਜ਼ ਹੈ ਜਿਹੜੀ ਸਾਤੋਂ ਹੇਠਲੀਆਂ ਦੁਨੀਆ 'ਚ ਇੰਨਾ ਡਿਵੈਲਪ ਮਨ ਨਹੀਂ ਹੈ। ਹੁਣ ਗੁਰੂ ਪਿਆਰਿਓ, ਮਸਲਾ ਸਾਡਾ ਇਹ ਹੈ ਕਿ ਇਹ ਜਦੋਂ ਅਸੀਂ ਥੋੜੇ ਸਿਆਣੇ ਹੋਏ, ਅਸੀਂ ਦੇਖੀ ਸਾਰਾ ਦੁੱਖ ਸੁੱਖ ਸਾਰਾ ਧਰਤੀ ਨੂੰ ਦੇਖਿਆ, ਕੋੜੇ ਕੰਗਲੇ ਦੇਖੇ, ਜੇਲ੍ਹਾਂ 'ਚ ਬੰਦੇ ਡੱਕੇ ਦੇਖੇ, ਉਹ ਬੰਦੇ ਦੇਖੇ ਜਿਹੜੇ ਭੁੱਖ ਨਾਲ ਮਰਨ ਰਹੇ ਨੇ। ਅਸੀਂ ਮੀਡੀਆ ਰਾਹੀਂ ਦੇਖ ਰਹੇ ਉਹਨਾਂ ਲੋਕਾਂ ਨੂੰ। ਉਹ ਲੋਕ ਦੇਖੇ ਨੇ ਜਿਹੜੇ ਸਾਰੇ ਦੇ ਸਾਰੇ ਆਪਣਾ ਟੱਬਰ ਗਵਾ ਕੇ ਇਕੱਲੇ ਹੀ ਬੈਠੇ ਨੇ, ਹੋ ਕੇ ਲੈਂਦੇ ਨੇ, ਮੌਤ ਨਹੀਂ ਆ ਰਹੀ। ਕੁਝ ਲੋਕ ਦੇਖੇ ਜਿਹੜੇ ਸੁਸਾਈਡ ਕਰਦੇ ਨੇ, ਸਵੈ ਇਸ਼ਤ ਮੌਤ ਪ੍ਰਾਪਤ ਕਰਨ ਨੂੰ ਦੌੜ ਪੈਂਦੇ ਨੇ। ਤਕਰੀਬਨ ਗੁਰੂ ਪਾਤਸ਼ਾਹ ਦੀ ਸੋਚ ਹੈ ਕਿ ਨਾਨਕ ਦੁਖੀਆ ਸਭ ਸੰਸਾਰ। ਔਰ ਉਹਦੇ ਚ ਖਾਸ ਗੱਲ ਹੈ, ਜਦੋਂ ਬੰਦਾ ਜੰਮਦਾ ਹੈ, ਜਿਹੜਾ ਬੱਚਾ ਰੋਏ ਨਾ ਉਹਨੂੰ ਅਬ ਨੋਰਮਲ ਸਮਝਿਆ ਜਾਂਦਾ। ਬੰਦਾ ਜੰਮਦਿਆਂ ਸਾਰ ਬੱਚਾ ਰੋਂਦਾ ਤੇ ਸਾਰੀ ਜ਼ਿੰਦਗੀ ਰੋ ਕੇ ਮਰਨਦਿਆਂ ਟਾਈਮ ਵੀ ਇਹ ਰੋਂਦੇ ਹੀ ਇੱਥੋਂ ਨਿਕਲ ਕੇ ਜਾਂਦਾ। ਹੁਣ ਜਿਹੜੇ ਆਮ ਅੱਜ ਕੱਲ੍ਹ ਦੇ ਨਾਸਤਿਕ ਲੋਕ ਨੇ ਸ਼ੁਰੂ ਤੋਂ, ਜਾਂ ਜਿਹੜੇ ਮੇਰੇ ਕਾਮਰੇਡ ਵੀਰ ਨੇ ਬੜੇ ਸਿਆਣੇ ਨੇ, ਉਹਨੀ ਰੱਬ ਬਾਰੇ ਫੈਸਲਾ ਕਰ ਲਿਆ ਵੀ ਰੱਬ ਕੋਈ ਚੀਜ਼ ਨਹੀਂ ਹੈ। ਤੇ ਜਿਹੜੇ ਧਰਮਾਂ ਦੇ ਪੈਗੰਬਰ ਨੇ ਉਹ ਇੱਥੋਂ ਗੱਲ ਚੁੱਕਦੇ ਨੇ ਕਿ ਪਰਮਾਤਮਾ ਹੈ। ਇਸ ਗੱਲ ਤੋਂ ਗੱਲ ਉਹਨੇ ਚੁੱਕੀ ਹੋਈ ਸਾਰੀ ਦੀ ਸਾਰੀ, ਜਿੰਨੇ ਵੀ ਪੈਗੰਬਰ ਆਏ। ਔਰ ਉਹਨੇ ਹੀ ਇਸ ਗੱਲ ਦਾ ਵਿਸ਼ਲੇਸ਼ਣ ਕੀਤਾ ਕਿ ਮਰਨ ਤੋਂ ਬਾਅਦ ਇਹਦੀ ਰੂਹ ਮੁੱਕਦੀ ਨਹੀਂ, ਇਹਦੀ ਰੂਹ ਕਿਸੇ ਖਾਸ ਜਗ੍ਹਾ ਤੇ ਜਾਂਦੀ, ਜਿਹਦੇ ਕਰਕੇ ਤੁਸੀਂ ਮੇਰੇ ਸਾਰੇ ਭਰਾ ਕਾਮਰੇਡ ਵੀ ਨਾਸਤਿਕ ਵੀ, ਜਦੋਂ ਕੋਈ ਬਜ਼ੁਰਗ ਤੁਹਾਡਾ ਚੜ੍ਹਾਈ ਕਰਦਾ ਸਿੱਖਾਂ ਦਾ, ਉਹ ਤੋਂ ਉਹਦਾ ਪਾਠ ਪੜ੍ਹਦੇ ਨੇ। ਪਾਠ ਪੜ੍ਹ ਕੇ ਘੱਟੋ ਘੱਟ 6-7 ਅਰਦਾਸਾਂ ਉਹਦੀਆਂ ਕਰਦੇ ਆ, ਜਿੱਦਾਂ ਤੁਸੀਂ ਸਾਰੇ ਖੜੇ ਹੁੰਦੇ ਆ। ਕਾਮਰੇਡ ਵੀ ਖੜੇ ਹੁੰਦੇ ਨੇ, ਸ਼ਰਾਬੀ ਵੀ ਖੜੇ ਹੁੰਦੇ ਨੇ। ਅਰੀ ਦਾ ਮਤਲਬ ਖੜੇ ਹੋਣ ਦਾ ਮਤਲਬ ਸਾਡੀ ਸ਼ਮੂਲੀਅਤ ਹੁੰਦੀ ਹੈ, ਅਸੀਂ ਉਹਦੇ ਵਿੱਚ ਇਨਵਲਵ ਹੈ ਵੀ ਜੋ ਕੁਝ ਵੀ ਇਹ ਗ੍ਰੰਥੀ ਕਹਿ ਰਿਹਾ ਅਸੀਂ ਦੇ ਨਾਲ ਸਹਿਮਤ ਹੈ। ਉਹ ਕੀ ਕਹਿ ਰਿਹਾ? ਉਹ ਕਹਿ ਰਿਹਾ ਕਿ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ, ਘੱਲੇ ਆਵੇ ਨਾਨਕਾ ਸੱਦੇ ਉੱਠੀ। ਵੀ ਉਹਨੂੰ ਸੱਦਾ ਪਿਆ ਤੇ ਇੱਥੋਂ ਤੁਰ ਗਿਆ ਉਹ ਕਿਤੇ। ਇਹ ਕਹਿ ਰਹੇ ਨੇ। ਇੱਕ ਪਾਸੇ ਤੁਸੀਂ ਉੱਥੇ ਖੜੇ ਗੱਲ ਨੂੰ ਆਪਣੀ ਸ਼ਮੂਲੀਅਤ ਦੇ ਰਹੇ ਵੀ ਠੀਕ ਕਹਿ ਰਿਹਾ, ਦੂਸਰੇ ਪਾਸੇ ਤੁਸੀਂ ਇਹ ਕਹਿ ਰਹੇ ਆ ਵੀ ਮਰਨ ਤੋਂ ਬਾਅਦ ਕੁਝ ਨਹੀਂ ਹੁੰਦਾ। ਹੁਣ ਇੱਕ ਮੇਨ ਚੀਜ਼ ਜਿਹੜੀ ਹੈ ਉਹ ਇਹ ਹੈ ਵੀ ਜਦੋਂ ਮਨੁੱਖ ਇੱਥੇ ਵਧੀਆ ਤੋਂ ਵਧੀਆ ਕੰਮ ਕਰ ਸਕਦਾ ਤੇ ਘਟੀਆ ਤੋਂ ਘਟੀਆ ਕੰਮ ਕਰ ਸਕਦਾ। ਬਾਕੀ ਜਿਹੜੀ ਸਾਡੀਆਂ ਜੂਨੀਆਂ ਨੇ ਸਿੱਖ ਧਰਮ ਅਨੁਸਾਰ ਤੇ ਸਨਾਤਨ ਧਰਮ ਅਨੁਸਾਰ 83,99,999 ਜੂਨੀ ਦੀ ਗਿਣਤੀ ਕੀਤੀ ਹੋਈ ਹੈ। 84 ਲੱਖ ਨੂੰ ਆਪਾਂ ਮੰਨਦੇ ਹਾਂ, ਜਿਹਦੇ ਚ 42 ਲੱਖ ਜੂਨ ਜਿਹੜੀ ਹੈ ਸਾਡੇ ਬਜ਼ੁਰਗਾਂ ਨੇ ਉਹ ਪਾਣੀ ਵਿੱਚ ਕਬਰ ਕੀਤੀ ਹੈ। ਪਾਣੀ ਸਮੁੰਦਰਾਂ ਵਿੱਚ 42 ਲੱਖ ਜੂਨ ਦੱਸੀ ਗਈ ਹੈ। 42 ਲੱਖ ਜੀ ਜਲ ਮੇ ਹੋਤੇ, ਬੀਠਲ ਪਹਿਲਾ ਕਾਹੇ ਕਰਿਓ, ਭਗਤ ਨਾਮਦੇਵ ਜੀ ਕਰੇ। 42 ਲੱਖ ਪਾਣੀ ਵਿੱਚ ਤੇ 42 ਲੱਖ ਜੂਨ ਜਿਹੜੀ ਉਹ ਧਰਤੀ ਤੇ ਆਕਾਸ਼ ਹੋਏ। 84 ਲੱਖ ਜੂਨ ਅਪਾਈ ਮਾਨਸ ਕੋ ਪ੍ਰਭ, 84 ਲੱਖ ਦਾ ਜ਼ਿਕਰ ਹੋ ਗਿਆ। ਹੁਣ ਸਾਡੇ ਧਰਮ ਗ੍ਰੰਥ ਨੇ ਜਿਨ੍ਹਾਂ ਅੱਗੇ ਅਸੀਂ ਸਾਰੇ ਹੀ ਲੋਕ ਮੱਥਾ ਟੇਕਦੇ ਹਾਂ। ਮੱਥਾ ਟੇਕਣ ਦਾ ਮਤਲਬ ਤੁਹਾਡੇ ਜੋ ਕੁਝ ਵੀ ਹੈ ਸਭ ਕੁਝ ਠੀਕ ਹੈ। ਸਾਡੀ ਬੁੱਧੀ ਛੋਟੀ ਹੈ, ਇਹ ਬੜੀ ਵਿਸ਼ੇ ਵਿਕਾਰਾਂ 'ਚ ਲਿਬੜੀ ਹੋਈ ਹੈ, ਈਰਖਾ ਨਾਲ ਭਰੀ ਹੋਈ ਹੈ, ਨਿੰਦਿਆ ਨਾਲ ਭਰੀ ਹੋਈ ਹੈ। ਸਾਨੂੰ ਇਹ ਮੱਤ ਪਾ ਸਾਡੇ ਵਿੱਚ, ਤੇ ਸਾਡੀ ਆ ਨਕਾਰੀ ਜੀ ਮੱਤ, ਹੋਰ ਪੈਸੇ ਤਾਂ ਨਹੀਂ ਮੰਗਦੀ ਸਾਡੇ ਕੋਲ, ਨਕਾਰੀ ਜੀ ਮੱਤ ਜਿਹੜੀ ਸਾਡੇ 'ਚ ਇੱਥੋਂ ਸੰਸਾਰ ਵਿੱਚੋਂ ਆ ਕੇ ਅਸੀਂ ਇਕੱਠੀ ਕਰਨੇ, ਇਹ ਸਾਡੀ ਲੈ ਲੈ ਤੇ ਸਾਨੂੰ ਆਪਣੀ ਅੱਛੀ ਮੱਤ ਦੇ ਦੇ। ਹੁਣ ਜਦੋਂ ਲੋਕ ਅੱਛਾ ਕੰਮ ਕਰਨਗੇ ਤੇ ਇੱਥੋਂ ਦਾ ਸਮਾਜ ਚੰਗਾ ਹੋਏਗਾ, ਦੇਸ਼ ਚੰਗਾ ਹੋਏਗਾ, ਸਾਡੇ ਆਉਣ ਵਾਲੇ ਬੱਚਿਆਂ ਤੇ ਚੰਗਾ ਅਸਰ ਜਾਏਗਾ, ਸਾਡੇ ਪਿਛਲੇ ਹੋ ਚੁੱਕੇ ਬਜ਼ੁਰਗਾਂ ਦੀ ਦਸਤਾਰ ਉੱਚੀ ਰਹੇਗੀ। ਜਦੋਂ ਅਜੂਕੇ ਲੋਕ ਇੱਥੇ ਗਲਤ ਕੰਮ ਕਰਨਗੇ ਤੇ ਆਪਣੇ ਬੱਚਿਆਂ ਨੂੰ, ਅੱਜ ਤਾਂ ਸਾਡੇ ਦੇਸ਼ ਵਿੱਚ ਪੰਜਾਬ ਵਿੱਚ ਸਮੈਕ ਚੱਲ ਰਹੀ ਹੈ, ਕੋਈ ਧਰਮ ਕਹਿੰਦਾ ਕੋਈ ਨਸ਼ਾ ਨਹੀਂ ਲੈਣਾ ਤੇ ਲੋਕ ਕਹਿੰਦੇ ਨਸ਼ੇ ਤੋਂ ਬਿਨਾਂ ਬੰਦੇ ਦੀ ਜ਼ਿੰਦਗੀ ਕੋਈ ਨਹੀਂ ਹੈ। ਇਸ ਕਰਕੇ ਇਹ ਦੁਬਿਧਾ ਇਹ ਹੈ ਕਿ ਜਿਹੜੇ ਸਾਡੇ ਸਿੱਖਾਂ ਵਿੱਚ ਵੀ ਜਿਹੜੀ ਘਾਟ ਆਈ ਹੈ ਉਹ ਸਾਡੇ ਸਨਾਤਨ ਧਰਮ ਤੋਂ ਅਸੀਂ ਬਹੁਤ ਕੁਝ ਲਿਆਈ ਜਾਂਦੇ ਹਜੇ ਤੱਕ ਵੀ, ਕਿ ਉਹਨਾਂ ਦਾ ਵੀ ਮੱਥਾ ਟੇਕਿਆ ਜਾਂਦਾ ਮਾੜਾ ਮੋਟਾ, ਤੇ ਅਸੀਂ ਵੀ ਗੁਰਦੁਆਰੇ ਕਦੀ ਕਦੇ ਜਾ ਕੇ ਮੱਥਾ ਟੇਕ ਲਿਆਨੇ, ਜਦੋਂ ਕਿ ਉਹਨਾਂ ਦਾ ਸਾਰਾ ਜਿੰਨਾ ਵਿਰਸਾ ਹੈ ਸੰਸਕ੍ਰਿਤ ਹੈ, ਕੇਵਲ ਬ੍ਰਾਹਮਣ ਪੜ੍ਹ ਸਕਦਾ, ਪਰ ਸਾਡਾ ਜਿੰਨਾ ਵਿਰਸਾ ਹੈ ਸਾਰਾ ਗੁਰਮੁਖੀ 'ਚ ਹੈ। ਹਰ ਬੰਦੇ ਨੂੰ ਪੜ੍ਹਨ ਦਾ ਹੱਕ ਦਿੱਤਾ ਹੋਇਆ ਕਿ ਮਨੁੱਖ, ਹਰ ਬੰਦਾ ਇੱਥੇ ਗਿਆਨ ਲੈਣ ਵਾਸਤੇ ਆਇਆ, ਗਿਆਨ ਪ੍ਰਾਪਤ ਕਰ ਸਕਦਾ, ਹੱਕ ਹੈ। ਸ਼ੂਦਰ ਨੂੰ ਵੀ ਹੱਕ ਹੈ, ਵੈਸ਼ ਨੂੰ ਵੀ, ਕਸ਼ਤਰੀ ਨੂੰ ਵੀ, ਬ੍ਰਾਹਮਣ ਨੂੰ ਵੀ ਹੱਕ ਹੈ। ਇਹਨਾਂ ਨੂੰ ਇਹ ਗਿਆਨ ਕਰਕੇ ਆਇਆ ਧਰਤੀ ਤੇ,
बाकी ये भुटकना ही ना। और ये दोए धर्म कहते हैं भी जे तुसी हुण इस पौड़ी तो खुंज गए, भाव हुण धर्म की मेन पॉइंट की है, ये तुसी छोटी जी गल लै लो। तकरीबन जो धर्म दीयां गल्लां ने उही असीं संविधान विच दर्ज करके उन्हां दीयां सजावां रखीआं ने। जिवें धर्म की पहली गल है कि झूठ नहीं बोलना, ये धर्म की पहली गल है। सच बोलना, दो चीज़ां ने, सच है, झूठ शैतान दा मनदे ने, परमात्मा च कोई झूठ नहीं है, उहदा सब कुछ सच है। आद सच, जुगाद सच है भी सच। ਇਹਦੇ ਨਾਲ ਸਾਡਾ ਬਹੁਤ ਨੁਕਸਾਨ ਧਰਤੀ ਤੇ ਹੋ ਰਿਹਾ ਝੂਠ ਨਾਲ। ਦੂਸਰਾ ਹੈਗਾ ਕਿ ਨਸ਼ੇ ਨਹੀਂ ਲੈਣੇ, ਇਹ ਵੀ ਸਿਧਾਂਤ ਹੈ ਧਰਮ ਦਾ, ਇਹ ਵੀ ਅਸੀਂ ਨਹੀਂ ਚੁੱਕਿਆ। ਤੀਸਰਾ ਹੈ ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰਨਾ, ਇਹ ਧਰਮ ਦੇ ਸਿਧਾਂਤ ਨੇ। ਚੌਥਾ ਹੈ ਕਿ परमात्मा है, इस गल ते विश्वास लियाना। पंजवा है कि जीवन काल विच जिन्ना चਿਰ लड़की ते लड़के दे अपने धार्मिक मर्यादा अनुसार उन्हां दे जिद्दां सिखां च आनंद कारज है, सनातनियां च विवाह है, मुसलमानां दा निकाह है, इस सिस्टम च नहीं बच्चे नूं जोड़िया जांदा उम्र दे खास हिस्से जाके जदों इहनूं लोड़ है इस चीज़ दी। ਉਹ ਤੋਂ ਪਹਿਲਾਂ ਕੋਈ ਵੀ ਲੜਕੀ ਜਾਂ ਕੋਈ ਲੜਕਾ ਐਸਾ ਕੁਕਰਮ ਨਾ ਕਰੇ, ਭਾਵ ਲੜਕੀ ਕੋਈ ਕਿਸੇ ਲੜਕੇ ਨਾਲ ਆਪਣਾ ਸੰਬੰਧ ਜੋੜਨ ਦਾ ਯਤਨ ਨਾ ਕਰੇ। ਇਹਨੂੰ ਹਿੰਦੂ ਧਰਮ ਚ ਕਹਿੰਦੇ ਬ੍ਰਹਮਚਰਜ ਕਰਨਾ, ਆਪਣੇ ਸਰੀਰ ਦੀਆਂ ਇੰਦਰੀਆਂ ਨੂੰ ਵਸੀਕਾਰ ਕਰਕੇ ਰੱਖਣਾ, ਜਿਹਦੇ ਚ 5 ਗਿਆਨ ਇੰਦਰੀ ਨੇ, 5 ਕਰਮ ਇੰਦਰੀ ਨੇ। ਜ਼ਿਆਦਾ ਅਹਿਮੀਅਤ ਗਿਆਨ ਇੰਦਰੀਆਂ ਦੀ ਹੈ, ਇਹਦੇ ਨਾਲ ਇਨਪੁੱਟ ਹੁੰਦੀ ਸਾਰੀ ਸਾਡੀ ਮੈਮਰੀ ਵਿੱਚ। जिमें अखां राही असीं रूप लेके जा रहे हैं, कन्नां राही साउंड भेज रहे हैं और समझ रहे हैं वो गल नूं। आ गल्लां थोड़ी समझ च आंदियां ने। पहला कीर्तन भी जो थोड़े जे तुसीं थोड़ा समझना चाहो तो एडी कोई बड़ी गल नहीं सी भी उहदे च कोई एडी औखी गल होए भी भाई प्राप्त मानुख देहरिया तैनूं मनुख दा शरीर मिलिया, गोबिंद मिलन की ये तेनों विशेष तौर पर जिथे तू गृहस्थी हो के अपने गृहस्थियां जिम्मेवारी निभाणियां, देश में अपना योगदान रखना, कौम में अपना योगदान रखना, समाज में योगदान रखना, पिछलियां नूं ध्यान रखना ते अगलियां दा ध्यान रखना, उत्थे ते परमात्मा नूं मिलना है, ये तेरा मेन मकसद है। हुण जदों मनुख आके ये गल भुलदा ਤੇ ਜਿਹਦੇ ਕੋਲ ਵੀ ਤਾਕਤ ਆਂਦੀ ਹੈ, ਇੱਕ ਧਰਮ ਇਹ ਕਹਿ ਰਿਹਾ ਵੀ ਜਦੋਂ ਇਹਨਾਂ ਦੇ ਧਾਰਮਿਕ ਰੀਤੀ ਰਿਵਾਜ ਅਨੁਸਾਰ ਆਨੰਦ ਕਾਰਜ ਹੋ ਜਾਣ ਲੜਕੀ ਤੇ ਲੜਕੇ ਦੇ, ਉਹ ਤੋਂ ਬਾਅਦ ਉਹ ਕਦੇ ਵੀ ਇੱਕ ਦੂਜੇ ਦਾ ਸਾਥ ਛੱਡਣ ਦਾ ਯਤਨ ਨਾ ਕਰਨ। ਸਾਰੀ ਜ਼ਿੰਦਗੀ ਉਹਦੇ ਨਾਲ ਕੱਟੇ ਲੜਕੇ ਤੇ ਸਾਰੀ ਜ਼ਿੰਦਗੀ ਕਰੇ ਲੜਕਾ, ਉਹਦੇ ਨਾਲ ਪਤੀਵਰਤਾ ਧਰਮ 'ਚ ਪੱਕੀ ਰਹੇ ਵੀ ਮੈਂ ਆਪਣੇ ਪਤੀ ਤੋਂ ਬਿਨਾਂ ਦੂਜੀਆਂ ਮਰਦਾਂ ਨੂੰ ਭੈਣ ਭਰਾ ਤੇ ਪੁੱਤਰ ਤੇ ਪਿਓ ਕਰਕੇ ਜਾਣਨਾ। ਤੇ ਜਿਹੜਾ ਮਨੁੱਖ ਹੈ ਉਹ ਆਪਣੀ ਪਤਨੀ ਤੋਂ ਬਿਨਾਂ ਦੂਸਰੀਆਂ ਇਸਤਰੀਆਂ ਨੂੰ ਮਾਵਾਂ ਤੇ ਭੈਣਾਂ ਤੇ ਧੀਆਂ ਕਰਕੇ ਜਾਣਨਾ। ਮੈਂ ਕਦੇ ਐਸੀ ਗਲਤੀ ਨਹੀਂ ਕਰਦਾ। ਇਹ ਧਰਮ ਵਿੱਚ ਪਾਬੰਦੀ ਲਾਈ ਹੋਈ ਹੈ, ਜਿਹਦੇ ਕਰਕੇ ਤੁਸੀਂ HIV ਜਾਂ ਤੁਹਾਡੇ ਬਲਾਤਕਾਰ ਦੇ ਕੇਸ ਜਾਂ ਰੇਪ ਦੇ ਕੇਸ ਕੋਰਟ ਰਾਹੀਂ ਪੈ ਰਹੇ ਨੇ। ਦੂਸਰੀ ਧਰਮ ਦੀ ਜਿਹੜੀ ਪਾਬੰਦੀ ਹੈ ਵੀ ਝੂਠ ਨਹੀਂ ਬੋਲਣਾ, ਇਹ ਜਿਹੜੀ ਇਹ ਪਾਬੰਦੀ ਹੈ, ਇਹਦੇ ਜੇ ਤੁਹਾਨੂੰ ਤੁਸੀਂ ਬੇਸ਼ੱਕ ਜੱਜ ਬੋਲ ਜਾਏ ਝੂਠ, ਵਕੀਲ ਬੋਲ ਜਾਏ, ਥਾਣੇਦਾਰ ਬੋਲ ਜਾਏ, क्योंकि होर तरीके का ढांचा बन गया, तो उहदे विच जे तुहाडा झूठ फड़िया जांदा ते तुहानूं केस पा के तुहानूं जेल विच दिता जा सकदा, जदों भी झूठ तुहाडा सामने आ जाएगा। किड्डी वड्डी गल सी धर्म विच, बिना इन्हां कोर्टां तो बिना असीं झूठ नहीं सी बोलना। हुण कोर्टां 'च जा के भी झूठ बोली जाने। अगला हैगा सी भी नशे नहीं पीने, किन्ना नुकसान हो गया मेरे देश का। जे सरकारां नशा बंद करनियां चाहण ते 24 घंटे च नशा बंद हो जाता देश विचों, पर यह गल किसी ने ज्यादा ध्यान च नहीं रखी, खास करके जिन्हें मेल ने। हुण तां लड़कियां भी नशे पीण लग पईयां, सिंथैटिक ड्रग्स लैण लग पईयां, समैक लैण लग पईयां। क्या इस देश की हालत होएगा? नशा बंदे कोल जवानी दा, धन दौलत दा, रूप दा नशा, भाईबंदी सांझ दा नशा, दाल प्रशादे दा, किन्ने क नशे गिणीए। इन्ने विद्या का नशा, रुतबे का नशा। हुण वो कंपनी कमांडर ने, एक पोस्ट है बड़ी रिस्पैक्टेबल पोस्ट है, DSP के बराबर की पोस्ट है, वो एक बकायदा नशा है।
ਪ੍ਰਧਾਨ ਮੰਤਰੀ ਨੂੰ ਪ੍ਰਧਾਨ ਮੰਤਰੀ ਦਾ ਨਸ਼ਾ ਚੜਿਆ ਹੋਇਆ। ਇੱਕ ਨਸ਼ੇ ਨੇ ਇਹੋ ਬੜੇ ਨਹੀਂ ਬੰਦੇ ਕੋਲ ਤੇ ਹੋਰ ਸ਼ਰਾਬ ਪੀ ਲੈਣੀ, ਚਿੱਟਾ ਲੈ ਲੈਣਾ, ਫੀਮ ਖਾਣ ਲੱਗ ਪੈਣਾ, ਭੁੱਕੀ। ਇੱਕ ਸ਼ੈਤਾਨ ਨੇ ਸਾਰੇ। ਮੈਂ ਸੰਤਾਂ ਕੋਲ ਸੁਣਿਆ ਵੀ ਜਿੰਨੇ ਵੀ ਨਸ਼ੇ ਨੇ ਸਾਰਾ ਸ਼ੈਤਾਨ ਖੋਲ ਕੇ ਆਪਣੀਆਂ ਦੁਕਾਨਾਂ ਬੈਠਾ, ਲੋਕਾਂ ਨੂੰ ਆਪਣੀ ਅਰਦਰ ਥੱਲੇ ਲਿਆ ਕੇ ਇਹਨਾਂ ਦੀ ਘੀਸੀ ਕਰਾਣੀ, ਇਹਨਾਂ ਦੀ ਬੁਰੀ ਹਾਲਤ ਕਰਨੀ, ਇਹਨਾਂ ਦੀ ਹੱਦ ਹੋ ਗਈ। ਤੇ ਸਾਨੂੰ ਨਸ਼ਿਆਂ ਉੱਤੇ ਲਿਖਿਆ ਜਾਂਦਾ, ਮੇਰੇ ਇਸ ਪੰਜਾਬ ਵਿੱਚ ਨਾ ਭੁੱਕੀ ਵਿਕ ਸਕਦੀ ਹੈ, ਜਿਹੜੀਆਂ ਚੀਜ਼ਾਂ ਨਹੀਂ ਵਿਕ ਸਕਦੀਆਂ ਉਹ ਕਿਉਂ ਵਿਕਦੀਆਂ ਨੇ? ਨਾ ਇੱਥੇ ਸਮੈਕ ਵਿਕ ਸਕਦੀ ਹੈ, ਨਾ ਇੱਥੇ ਸਿੰਥੈਟਿਕ ਡਰੱਗਸ ਵਿਕ ਸਕਦੀ ਹੈ, ਨਾ ਇੱਥੇ ਪਿੰਡਾਂ 'ਚ ਸ਼ਰਾਬ ਨਿਕਲ ਸਕਦੀ ਹੈ ਕਾਨੂੰਨ ਅਨੁਸਾਰ, ਨਾ ਇੱਥੇ ਕੋਈ ਕਿਸੇ ਕਿਸਮ ਦੇ ਡੋਡੇ ਵਿਕ ਸਕਦੇ ਹੈ। ਜਦੋਂ ਇਹ ਚੀਜ਼ਾਂ ਇੱਥੇ ਵਿਕ ਨਹੀਂ ਸਕਦੀਆਂ ਤਾਂ ਵਿਕ ਕਿਉਂ ਰਹੀਆਂ? ਇਹਦਾ ਮਤਲਬ ਪ੍ਰਸ਼ਾਸਨ ਦੀ ਢਿੱਲ ਹੈ, ਸਰਕਾਰ ਦੀ ਢਿੱਲ ਹੈ। ਕਿਉਂਕਿ ਇਹ ਚੀਜ਼ਾਂ ਲੋਕ ਲੈਣਗੇ ਤੇ ਇਹਨਾਂ ਦੀ ਬੁੱਧੀ ਭ੍ਰਿਸ਼ਟ ਹੋਏਗੀ, ਵਿਧੀ ਭ੍ਰਿਸ਼ਟ ਹੋਗੀ, ਲੜਨਗੇ, ਕੰਮ ਘੱਟ। ਇਹਦਾ ਤਾਂ ਦੇਸ਼ ਨੂੰ ਬੜਾ ਨੁਕਸਾਨ ਹੋਇਆ। ਜਿਹੜੇ ਦੇਸ਼ ਦੇ ਲੋਕ ਇਸ ਤਰੀਕੇ ਦਾ ਨਸ਼ਾ ਲੈਣਗੇ ਉਹ ਕੰਮ ਨਹੀਂ ਕਰਨਗੇ। ਜਦੋਂ ਲੋਕ ਕੰਮ ਨਹੀਂ ਕਰਨਗੇ, ਇੱਥੇ ਦੋ ਪਾਰਟੀਆਂ ਨੇ, ਇੱਕ ਨਸ਼ਾ ਵੇਚਣ ਵਾਲਾ ਹੈ, ਇੱਕ ਨਸ਼ਾ ਖਰੀਦਣ ਵਾਲਾ ਹੈ। ਹੁਣ ਜਿਹੜਾ ਬੰਦਾ ਨਸ਼ਾ ਲੈਣ ਵਾਲਾ ਆ ਉਹ ਕਦੇ ਵੀ ਸੇਫ ਨਹੀਂ ਹੋ ਸਕਦਾ, ਉਹਦੇ ਕੋਲ ਪੈਸਾ ਨਹੀਂ ਬਚ ਸਕਦਾ, ਉਹਦੀ ਸਿਹਤ ਨਹੀਂ ਰਹਿ ਸਕਦੀ, ਉਹਦੀ ਇੱਜ਼ਤ ਨਹੀਂ ਰਹਿ ਸਕਦੀ, ਉਹ ਸਮਾਜ ਵਿੱਚ ਆਪਣਾ ਲੱਛਣ ਲਾ ਕੇ ਬਹਿ ਜਾਊਗਾ। ਬੜੀ ਭੈੜੀ ਲੱਤ ਲੱਗੀ ਹੈ। ਹੁਣ ਸਾਡੇ ਕੋਲ ਆਮ ਬੰਦੇ ਆਉਂਦੇ ਨੇ, ਇੱਕ ਬੰਦਾ ਆਇਆ ਜਿਹੜਾ 72 ਲੱਖ ਦੀ ਸਮੈਕ ਲੈ ਗਿਆ, ਹਜੇ ਮੁੰਡਾ ਹਜੇ ਵਿਆਹ ਨਹੀਂ ਹੋਇਆ, ਵੱਧ ਤੋਂ ਵੱਧ 23 ਸਾਲ ਦਾ ਮੁੰਡਾ, ਨੇਵੀ 'ਚ ਕੰਮ ਕਰਕੇ ਪੈਸਾ ਫੂਕ ਦਿੱਤਾ ਜਦੋਂ ਆਇਆ ਸਾਰੇ ਦਾ ਸਾਰਾ। ਹੁਣ ਅਕਸਰ ਜਿਹਦਾ ਉਹਦੇ 72 ਲੱਖ ਗਿਆ ਤੇ ਕਿਸੇ ਕੋਲ ਪਹੁੰਚਿਆ ਵੀ ਹੈ। ਅੱਜ ਇੱਕ ਹੋਰ ਆਇਆ, ਉਹ ਫੀਮੀ ਆ, 20 ਸਾਲ ਤੋਂ ਅੰਦਰ ਮੈਂ ਫੀਮ ਲੈ ਲਾਂ, ਇੰਨਾ ਕੁ ਮੂੰਹ ਹੋਇਆ ਸੁੱਕ ਕੇ। ਉਹਦੇ 'ਚ ਚਾਹੇ ਸਮੈਕ ਵਿੱਚ ਜਾਂ ਫੀਮ ਵਿੱਚ ਇਹਨਾਂ ਨੂੰ ਜ਼ਹਿਰ ਪਾ ਕੇ ਵੀ ਦੇ ਦੇਣ ਪੰਜਾਬ ਵਿੱਚ, ਤੇ ਇਹ ਕੇਸ ਨਹੀਂ ਕਰ ਸਕਦੇ। ਕਿਉਂ ਲਈ ਤੂੰ ਇਹ ਚੀਜ਼ ਜਦੋਂ ਕਾਨੂੰਨ ਨਹੀਂ ਹੈ? ਇਸ ਕਰਕੇ ਧਰਮ ਇਹ ਗੱਲਾਂ ਕਹਿੰਦਾ। ਹੁਣ ਦੱਸੋ ਇਹਦੇ 'ਚ ਕਿਹੜੀ ਗੱਲ ਧਰਮ ਮਾੜੀ ਕਹਿੰਦਾ? ਉਹ ਆਂਦਾ ਠੱਗੀ ਮਾਰ ਕੇ, ਬੇਈਮਾਨੀ ਕਰਕੇ ਇੱਕ ਵੀ ਪੈਸਾ ਘਰ ਨਾ ਲਿਆਈ, ਤੂੰ ਜਦੋਂ ਜਾਣਾ ਤੇਰਾ ਲੇਖਾ ਹੋਣਾ, ਲੇਖੇ ਵਿੱਚ ਤੇਰੇ ਬੱਚੇ ਨਹੀਂ ਹੋਣੇ, ਤੇਰਾ ਪਰਿਵਾਰ ਨਹੀਂ ਹੋਣਾ, ਤੇਰਾ ਰੁਤਬਾ ਨਹੀਂ ਹੋਣਾ, ਤੇਰਾ ਸਰੀਰ ਨਹੀਂ ਹੋਣਾ, ਤੇਰੀ ਰੂਹ ਨੂੰ ਲੇਖਾ ਦੇਣਾ ਪੈਣਾ। ਇੱਕ ਬੜਾ ਵੱਡਾ, ਬਹੁਤ ਵੱਡਾ ਡਰ ਸੀ। ਜਿਨ ਮਨ ਭਉ ਤਿਨਾ ਮਨ ਭਾਉ। ਜੇ ਬੱਚੇ ਮਾਂ ਪਿਓ ਤੋਂ ਨਹੀਂ ਡਰੇ, ਅੱਗੇ ਬੋਲਣ ਲੱਗ ਪਏ, ਤੇ ਇਹਦਾ ਮਤਲਬ ਮਾਂ ਪਿਓ ਕੋਲ ਬੱਚੇ ਕੁਝ ਵੀ ਲੈਣ ਜੋਗੇ ਨਹੀਂ ਹਨ। ਜੇ ਸ਼ਿਸ਼ ਜਾਂ ਆਪਣੇ ਗੁਰੂ ਅੱਗੇ ਸਵਾਲ ਜਵਾਬ ਕਰਦਾ ਹੈ, ਫਿਰ ਉਹ ਸ਼ਿਸ਼ ਨਹੀਂ ਹੈ। ਜੇ ਟੀਚਰ ਅੱਗੇ ਵਿਦਿਆਰਥੀ ਮਸਲੇ ਤੇ ਕੋਈ ਗੱਲ ਕਰਦਾ ਵੀ ਮੈਨੂੰ ਸਮਝ ਨਹੀਂ ਆਈ, ਉਹ ਤਾਂ ਗੱਲ ਕਰਦਾ, ਪਰ ਉਹਨੂੰ ਚੈਲੰਜ ਕਰਦਾ ਵੀ ਮੈਂ ਤੇਰੇ ਨਾਲੋਂ ਬਹੁਤ ਸਿਆਣਾ, ਤੇ ਉਹ ਉਸ ਟੀਚਰ ਕੋਲੋਂ ਕੁਝ ਵੀ ਜਾ ਕੁਝ ਪ੍ਰਾਪਤ ਨਹੀਂ ਕਰ ਸਕਦਾ। ਹੁਣ ਤਾਂ ਆਪਣੀ ਸਿਆਣਪ ਤੇ ਬੜਾ ਗੁਰੂ ਚੜਿਆ ਹੋਇਆ। ਹਜੇ ਕਿ ਇੱਕ ਅਜੀਬ ਗੱਲ ਹੈ। ਸੋ ਇਸ ਜਥੇ ਦੇ ਜੋ ਤੁਹਾਡੇ ਚਰਨਾਂ 'ਚ ਬੇਨਤੀ ਕਰਦੇ ਹਾਂ, ਇਹ 20-22 ਸਾਲ ਤੋਂ ਤੁਹਾਡੇ ਇਸ ਏਰੀਆ 'ਚ ਗੁਰੂ ਪਾਤਸ਼ਾਹ ਇਸ ਨੂੰ, ਤਾਂ ਕਿ ਤੁਹਾਡੇ 'ਚ ਇੱਕ ਕੌਮੀ ਪਿਆਰ ਪੈਦਾ ਹੋਏ। ਤੁਹਾਡਾ ਇੱਕ ਬੱਚਾ ਰਹਿ ਗਿਆ, ਜੇ ਉਹ ਵੀ ਸਮੈਕ ਥੱਲੇ ਆ ਗਿਆ, ਤੁਹਾਡੇ 'ਚ ਹਰ ਕੌਮ ਨੂੰ ਕੁਆਂਟੀਟੀ ਐਂਡ ਕੁਆਲਿਟੀ ਦੀ ਲੋੜ ਹੁੰਦੀ ਹੈ। ਤੁਸੀਂ ਉਦਾਂ ਨਾਮਗਰ ਸਿੰਘ ਤੇ ਕੌਰ ਲਾਏ ਨੇ, ਆਨੰਦ ਕਾਰਜ ਕਰਦੇ ਹੋ, ਤੇ ਨਾਲ ਨਾਲ ਗੁਰੂ ਪਾਤਸ਼ਾਹ ਰਹਿਮਤ ਕਰਨ, ਕਦੀ ਕਦਾਈ ਕੁਛ ਜਿੱਦਾਂ ਇਹਦੇ ਚ ਗਰਾਹੀ ਦੇਤੀ ਹੈ, ਜਾਂ ਬਾਬੇ ਦੇ ਵਿਆਹ ਤੇ ਕੁਝ ਪੈਸੇ ਦੇ ਦਿੱਤੇ ਆ, ਕੋਈ ਖਰਚ ਦਿੱਤੇ ਧਰਮ ਦੇ ਨਾਂ ਤੇ, ਜਾਂ ਕਿਸੇ ਯਾਤਰਾ ਕਰਾ ਦਿੱਤੀ ਹੈ ਕਿਸੇ ਨੂੰ ਆਪਣੇ ਪੈਸਿਆਂ ਨਾਲ, ਜਾਂ ਕਿਸੇ ਨੂੰ ਮਾੜਾ ਮੋਟਾ ਕੱਪੜਾ ਸਵਾ ਦਿੱਤਾ, ਮਰੇ ਬੰਦੇ ਦੀ ਰਜਾਈ ਦੇ ਦਿੱਤੀ। ਇਹੋ ਜਿਹੀਆਂ ਗੱਲਾਂ 'ਚ ਤੁਸੀਂ ਸਿਰਫ ਇੱਥੋਂ ਤੱਕ ਧਰਮ ਰੱਖ ਦਿੱਤਾ। ਇਹ ਧਰਮ ਹਜੇ ਸ਼ੁਰੂ ਵੀ ਨਹੀਂ ਹੋਇਆ। ਧਰਮ ਤੱਕ ਪੂਰੀ ਦਾ ਕੋਈ ਲਾਈਫ ਸਟਾਈਲ ਹੈ, ਜ਼ਿੰਦਗੀ ਦੀ ਇੱਕ ਪੂਰੀ ਦੀ ਪੂਰੀ ਪਰਿਭਾਸ਼ਾ ਹੈ ਕਿ ਜ਼ਿੰਦਗੀ ਕਿਸ ਲੀਹ ਵਿੱਚ ਤੋਰਨੀ ਹੈ। ਜੇ ਅੱਜ ਅਸੀਂ ਉਸ ਲੀਹ ਨਾ ਛੱਡੀਏ, ਸਾਰੇ ਜਿਹੜੇ ਬੰਦੇ ਨਹੀਂ ਸਿੱਖ ਧਰਮ ਨੂੰ ਅਡਾਪਟ ਕਰਨਾ ਚਾਹੁੰਦੇ, ਕਿਉਂਕਿ ਇਹਨੂੰ ਕਮਜ਼ੋਰ ਕੀਤਾ ਗਿਆ, ਇਹ ਲੇਟੈਸਟ ਪਹਿਲੀਆਂ ਧਰਮਾਂ ਨੂੰ ਸਾਰਿਆਂ ਨੂੰ ਐਨਾਲਿਸਿਸ ਕਰਕੇ ਗੁਰੂ ਨਾਨਕ ਨੇ, ਇਹ ਪਹਿਲਾ ਪੈਗੰਬਰ ਹੈ ਦੁਨੀਆ ਦਾ ਜਿਹੜਾ ਤਕਰੀਬਨ 4 ਦਿਸ਼ਾ ਵਿੱਚ ਲੰਮਾ ਸਫ਼ਰ ਕਰਕੇ ਪੈਦਲ ਤੁਰ ਕੇ ਗਿਆ, ਤੇ ਆਪਾਂ ਉਹਦੀ ਰਈਅਤ ਸੀ, ਅਸੀਂ ਉਹਨਾਂ ਦੀ ਗੱਲ ਨੂੰ ਫੋਲੋ ਕਰਨਾ ਸੀ। ਮੁਸ਼ਕਿਲ ਹੈ ਪੰਜਾਬ ਦੀ ਜਿਹੜੀ ਇਸ ਹਾਲਤ ਤਰਸਯੋਗ ਹੈ। ਦੇਹਧਾਰੀ ਡੰਬ ਇੱਥੇ ਬੰਦ ਕੀਤਾ ਸੀ ਵੀ ਸਿੱਖਾਂ ਦਾ ਗੁਰੂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਏਗਾ, ਇਹਨਾਂ ਦਾ ਕੋਈ ਵਿਅਕਤੀਗਤ ਰੂਪ ਚ ਗੁਰੂ ਨਹੀਂ ਹੋਏਗਾ। ਉਹ ਲੁੱਟੇਗਾ ਇਹਨਾਂ ਨੂੰ।
ਮੇਰੇ ਪਾਤਸ਼ਾਹ ਨੇ ਮਸੰਦਾਂ ਨੂੰ ਫੂਕ ਦਿੱਤਾ, ਉਨੀ ਸੰਗਤਾਂ ਨੂੰ ਮਿਸਬਿਹੇਵੀਅਰ ਕੀਤਾ ਉਹਨਾਂ ਨਾਲ ਧਰਮ ਦੇ ਨਾਂ ਥੱਲੇ, ਕਿਉਂਕਿ ਕੁਦਰਤ ਦੇ 3-4 ਬੜੇ ਅਜੀਬ ਮਨੁੱਖ ਜੂਨੀ ਵਿੱਚ ਸਿਸਟਮ ਹੈ। ਇੱਕ ਹੈ ਵੀ ਤੁਸੀਂ ਮੇਰਾ ਅੰਦਰ ਨਹੀਂ ਦੇਖ ਸਕਦੇ, ਮੈਂ ਵੀ ਤੁਹਾਡਾ ਅੰਦਰ ਨਹੀਂ ਦੇਖ ਸਕਦਾ। ਲੜਕੇ ਨੂੰ ਨਹੀਂ ਪਤਾ ਕਿ ਮੇਰੀ ਮਾਂ ਦੀ ਕੀ ਸੋਚ ਹੈ, ਮਾਂ ਨੂੰ ਨਹੀਂ ਪਤਾ ਮੇਰੇ ਮੁੰਡੇ ਦੀ ਕੀ ਸੋਚ ਹੈ, ਪਿਓ ਨੂੰ ਨਹੀਂ ਪਤਾ ਕਿ ਮੇਰੀ ਧੀ ਕੀ ਸੋਚਦੀ ਹੈ। ਲਾਗੇ ਲਾਗੇ ਦੋਏ ਬੈਠੇ ਨੇ ਮਾਵਾਂ ਧੀਆਂ, ਤੇ ਮਾਂ ਦੀ ਆਪਣੀ ਸੋਚ ਚੱਲਦੀ ਹੈ, ਧੀ ਦੀ ਆਪਣੀ ਸੋਚ ਚੱਲਦੀ, ਇੱਕ ਦੂਜੇ ਨੂੰ ਫੋਲੋ ਨਹੀਂ ਕਰ ਸਕਦੇ। ਕੁਝ ਗੱਲ ਸਾਂਝੀ ਕਰਾਂਗੇ, ਉਹ ਸੱਚ ਬੋਲਾਂਗੇ ਕਿ ਝੂਠ ਬੋਲਾਂਗੇ ਇਹ ਵੀ ਨਹੀਂ ਪਤਾ ਲੱਗੂਗਾ। ਜੇ ਕੁੜੀ ਆ ਕੇ ਆਖੇ ਵੀ ਮੈਨੂੰ 2500 ਰੁਪਇਆ ਚਾਹੀਦਾ, ਮੇਰਾ ਐਡਮਿਸ਼ਨ ਹੋਣੀ ਆ ਹੋਣੀ ਹੈ, ਤੇ ਮਾਂ ਨੂੰ ਕੀ ਪਤਾ ਵੀ ਚਾਹੀਦਾ ਕਿ ਨਹੀਂ ਚਾਹੀਦਾ, ਉਹ ਤਾਂ ਦੇ ਦੂਗੀ ਵੀ ਕੋਈ ਧੀ ਠੀਕ ਹੈ। ਇਸ ਕਰਕੇ ਇਹ ਬੜਾ ਵੱਡਾ ਬਹੁਤ ਵੱਡਾ ਪਾੜ ਹੈ ਇਸ ਗੱਲ 'ਚ, ਜਿਹੜਾ ਅਸੀਂ ਦੂਜੇ ਦਾ ਅੰਦਰ ਨਹੀਂ ਦੇਖ ਸਕਦੇ। ਦੂਸਰਾ, ਅਸੀਂ ਭਵਿੱਖ ਨਹੀਂ ਜਾਣ ਸਕਦੇ ਮਨੁੱਖ ਵੀ ਕੱਲ ਨੂੰ ਕੀ ਹੋ ਜਾਣਾ, ਘੜੀ ਕੁ ਨੂੰ ਕੀ ਹੋ ਜਾਣਾ। ਤੀਸਰਾ, ਅਸੀਂ ਇਹ ਨਹੀਂ ਜਾਣ ਸਕਦੇ ਕਿ ਬੰਦਾ ਮਰ ਕੇ ਕਿੱਥੇ ਚਲੇ ਜਾਂਦਾ। ਇਹ ਸਾਨੂੰ ਪਰਦੇ 'ਚ ਰੱਖੀਆਂ ਹੋਈਆਂ ਗੱਲਾਂ। ਜਿਵੇਂ ਸਾਨੂੰ ਨਹੀਂ ਪਤਾ ਵੀ ਰਾਜ ਏਜੰਸੀ ਕੀ ਕਰਦੀ ਹੈ, ਕਿੱਥੇ ਹੈ ਰਾਜ ਏਜੰਸੀ ਭਾਰਤ ਵਿੱਚ। ਤੁਸੀਂ ਕਹਿੰਦੇ ਇੱਥੇ ਰਾਜ ਏਜੰਸੀ ਹੈ, ਸਾਨੂੰ ਕਿਸੇ ਨੂੰ ਨਹੀਂ ਪਤਾ ਵੀ ਕਿਹੜੀ ਰਾਜ ਏਜੰਸੀ ਹੈ, ਕਿੱਥੇ ਹੈ ਕਿੱਥੇ ਨਹੀਂ ਹੈ, ਕੀ ਕਰਦੇ ਨੇ ਉਹ ਲੋਕ। ਏਦਾਂ ਇਹ ਗੁਪਤ ਗੋਪਨੀय ਮਹਿਕਮਾ ਪ੍ਰਮਾਤਮਾ ਦਾ, ਜਿਹਦੇ 'ਚ ਇਹ ਗੱਲਾਂ ਨਹੀਂ ਪਤਾ ਲੱਗਦਾ। ਇਹ ਵੀ ਨਹੀਂ ਸਾਨੂੰ ਪਤਾ ਲੱਗ ਸਕਦਾ ਵੀ ਅਸੀਂ ਪਹਿਲੀ ਵਾਰ ਇਹ ਜੰਮੇ ਆ ਕਿ ਅਸੀਂ ਬਹੁਤ ਲੰਮੇ ਚਿਰ ਤੋਂ ਜੰਮਦੇ ਆਏ ਇੱਥੇ, ਇਹ ਵੀ ਨਹੀਂ ਪਤਾ ਲੱਗ ਸਕਦਾ। ਇਹ ਵੀ ਨਹੀਂ ਪਤਾ ਲੱਗ ਸਕਦਾ ਸਾਨੂੰ ਕਿ ਅਸੀਂ ਮਰ ਕੇ ਕਿੱਥੇ ਪਹੁੰਚ ਜਾਣਾ। ਇਹ ਤਾਂ ਅਸੀਂ ਆਪਣੇ ਵੇਦਾਂ ਸ਼ਾਸਤਰਾਂ ਤੋਂ, ਜਿਹੜੇ ਬੜੇ ਬੜੇ ਪੈਗੰਬਰ ਜਿਨ੍ਹਾਂ ਅੱਗੇ ਸਾਰੀ ਦੁਨੀਆ ਝੁਕੀ, ਉਹਨਾਂ ਦੀ ਵਿਚਾਰਧਾਰਾ ਨੂੰ ਅਡਾਪਟ ਕਰਦੇ। ਪਰ ਮੈਂ ਅੱਜ ਇਸ ਵਿਚਾਰਧਾਰਾ ਨੂੰ ਇਹ ਮੈਂ ਸਮਝਦਾ ਵੀ ਜੇ ਲੋਕ ਧਰਮ ਨੂੰ ਚੁੱਕ ਲੈਂਦੇ, ਨਾ ਝੂਠ ਬੋਲਦੇ, ਨਾ ਠੱਗੀ ਮਾਰਦੇ, ਨਾ ਬਲਾਤਕਾਰ ਕਰਦੇ, ਨਾ ਕਿਸੇ ਦਾ ਹੱਕ ਖਾਂਦੇ ਵੀ ਮੇਰਾ ਲੇਖਾ ਹੋਣਾ, ਮੈਨੂੰ ਉੱਥੇ ਜਮਾਂ ਨੇ ਨਪੀੜਨਾ ਹੈ, ਮੈਨੂੰ ਇਸ ਤਰੀਕੇ ਦੀਆਂ ਸਜ਼ਾਵਾਂ ਮਿਲਣੀਆਂ ਨੇ, ਉੱਥੇ ਜਾ ਕੇ ਉਹਨਾਂ ਸਜ਼ਾਵਾਂ ਵਿੱਚ ਵੀ ਮੇਰੀ ਮੌਤ ਨਹੀਂ ਹੋਣੀ। ਉਹ ਸਜ਼ਾਵਾਂ ਇੱਥੇ ਮੇਰੀ ਮੌਤ, ਪਰਲੋਕ ਵਿੱਚ ਵੀ ਮੇਰੀ ਮੌਤ ਨਹੀਂ ਹੋਣੀ। ਮੈਨੂੰ ਮੁੜ ਤੇ ਧਰਤੀ ਤੇ ਸਿੱਟ ਦਿੱਤਾ ਜਾਊਗਾ, ਜਾਂ ਮੈਨੂੰ ਰੂਹ ਨੂੰ ਕਿਸੇ ਹੋਰ ਜੂਨ ਚ ਪਾ ਜਾਊਗਾ। ਰੂਹ ਜਦੋਂ ਮਿਲੇਗੀ ਆਪਣੇ ਅਸਲੇ ਵਿੱਚ ਹੀ ਰਲੇਗੀ, ਪਰਮਾਤਮਾ ਵਿੱਚ ਹੀ ਲੀਨ ਹੋਏਗੀ। ਇਹ ਮਿੱਟੀ 'ਚ ਨਹੀਂ ਰਲੇਗੀ, ਮਿੱਟੀ ਮਿੱਟੀ 'ਚ ਰਲੇਗੀ, ਪਾਣੀ ਪਾਣੀ 'ਚ ਰਲੇਗਾ। ਰੂਹ ਮਿੱਟੀ ਨਹੀਂ ਹੈ, ਬੇਸ਼ੱਕ ਸਾਰੀ ਮਿੱਟੀ 'ਚ ਰੂਹ ਹੈ, ਪਾਣੀ ਨਹੀਂ ਹੈ। ਰੂਹ ਇੱਕ ਇੰਡੀਵਿਜੂਅਲ, ਬੇਸ਼ੱਕ ਸਾਰਾ ਪਾਣੀ ਇੱਕ ਰੂਹ ਹੈ। ਇਸ ਕਰਕੇ ਸਾਡੀ ਤਾਂ ਇਹੋ ਤੁਹਾਡੇ ਚਰਨਾਂ 'ਚ ਬੇਨਤੀ ਹੁੰਦੀ ਵੀ ਇਸ ਟਾਈਮ ਤੁਹਾਡਾ ਸਿਸਟਮ ਬਹੁਤ ਮਾੜਾ ਹੋ ਗਿਆ। ਪੰਜਾਬ ਦੀ ਹਾਲਤ ਬੜੀ ਤਰਸਯੋਗ ਹੋਈ ਪਈ ਹੈ। 3 ਹਿੱਸੇ ਦੇ ਪਹਿਲਾਂ ਕੀਤੇ ਗਏ ਪੰਜਾਬ ਦੇ, ਅੱਜ ਇੱਥੋਂ ਦੇ ਨੌਜਵਾਨ ਆਪਣੇ ਧਰਮ ਤੋਂ ਬੇਵਾਕਫ ਹੋ ਕੇ ਕੇਸ ਕਟਾ ਰਹੇ ਨੇ। ਲੜਕੀਆਂ ਸਾਡੀਆਂ ਦੇਖ ਕੇ ਮੀਡੀਆ ਦੇ ਰਾਹੀਂ ਆਪਣਾ ਜੀਵਨ ਤਬਾਹ ਕਰਨੇ ਦੇ ਗਲਤ ਪਾਸੇ, ਉਹ ਗਲਤ ਸਿੰਗਰ ਜਿਹਨੇ ਲੋਕਾਂ 'ਚ ਗਲਤ ਪ੍ਰਸਾਰ ਕੀਤਾ, ਗਲਤ ਵਿਚਾਰਧਾਰਾ ਦੇ ਦਿੱਤੀ ਹੈ, ਉਹਨਾਂ ਨੂੰ ਲੋਕਾਂ ਨੇ ਬੜੇ ਪਸੰਦ ਕੀਤਾ। ਤੇ ਜਿਹੜੇ ਗੁਰੂਆਂ ਦੀ ਬਾਣੀ, ਜਿਹੜੇ ਮਰਿਆਂ 'ਚ ਜਾਨ ਪਾਉਣ ਵਾਲੀ ਬਾਣੀ ਸੀ, ਇਹਨੂੰ ਲੋਕਾਂ ਨੇ ਇਗਨੋਰ ਕਰ ਦਿੱਤਾ, ਇਹਦੇ ਤੋਂ ਪਿੱਛੇ ਹਟ ਗਏ ਵੀ ਇਹ ਇਦਾਂ ਕੌਣ ਕਰੂਗਾ, ਇਹ ਤਾਂ ਐਵੇਂ ਹੀ ਲਿਖ ਛੱਡਿਆ, ਹੱਦ ਹੋ ਗਈ, ਇਹ ਐਵੇਂ ਹੀ ਲਿਖ ਛੱਡਿਆ। ਇੱਕ ਟੁੱਟਾ ਜਿਹਾ ਕਵੀ ਦੀ ਕੋਈ ਸ਼ਬਦਾਵਲੀ ਹੈ, ਉਹਦੇ 'ਚ ਗੰਦ ਭਰਿਆ ਹੋਇਆ, ਉਹ ਬੜਾ ਵਧੀਆ ਚੀਜ਼ ਹੈ। ਇਹ ਹੈ ਕਲਯੁਗ ਦੇ ਲੱਛਣ। ਉਹ ਚੀਜ਼ ਨਹੀਂ ਚੰਗੀ ਲੱਗਣੀ ਜਿਹੜੀ ਸਾਡੇ ਹਿੱਤ ਵਿੱਚ ਹੈ, ਜਿਹੜੀ ਸਾਡੇ ਤੇ ਦੇਸ਼ ਦੇ ਤੇ ਕੌਮ ਦੇ ਹਿੱਤ ਵਿੱਚ ਨਹੀਂ, ਉਹ ਚੀਜ਼ ਸਾਨੂੰ ਪਸੰਦ ਆ ਜਾਣੀ। ਇਹ ਸਾਡੀ ਬਦੋਗਤੀ ਹੈ। ਇਸ ਕਰਕੇ ਅਸੀਂ ਸਖਤੀ ਨਾਲ ਤਾਂ ਤੁਹਾਡੇ ਤੇ ਧਰਮ ਲਾਗੂ ਨਹੀਂ ਕਰ ਸਕਦੇ, ਕਿਉਂਕਿ ਡੈਮੋਕ੍ਰੇਸੀ ਹੈ। ਪਰ ਮੈਂ ਹੈਰਾਨ ਹੈ ਕਿ ਮੁਸਲਮਾਨਾਂ ਨੇ ਡੈਮੋਕ੍ਰੇਸੀ 'ਚ ਵੀ ਆਪਣੇ ਧਰਮ ਨੂੰ ਕਾਫੀ ਮੇਨਟੇਨ ਕਰਕੇ ਰੱਖਿਆ ਹੋਇਆ। ਉਹਨਾਂ ਦਾ ਕੋਈ ਵੀ ਬੰਦਾ ਕਿਸੇ ਕਬਰ ਤੇ ਨਹੀਂ ਜਾਂਦਾ, ਸਾਡੇ ਗੁਰਦੁਆਰੇ ਨਹੀਂ ਆਉਂਦਾ, ਗਿਰਜੇ ਨਹੀਂ ਜਾਂਦਾ। ਅਸੀਂ ਜਿਹੜੇ ਮਰਜ਼ੀ ਬਾਬੇ ਕੋਲ ਧੱਕੇ ਖਾਈ ਜਾਂਦੇ, ਮੇਰੇ ਕੋਲ ਮੈਨੂੰ ਕਈਆਂ ਨੇ ਬਾਬਾ ਬਣਾ ਲਿਆ ਵਾ, ਹਜੇ ਕਿ ਮੈਂ ਬਿਲਕੁਲ ਮੂਰਖ ਹਾਂ ਪਰਮਾਰਥ ਦੇ ਰਸਤੇ 'ਚ। ਪਰਮਾਰਥ ਦੇ ਰਸਤੇ 'ਚ ਮੈਂ ਹਜੇ ਇੱਕ ਵੀ ਕਦਮ ਨਹੀਂ ਪੁੱਟ ਸਕਿਆ। ਜਿਹਨੂੰ ਗੁਰੂ ਪਾਤਸ਼ਾਹ ਕਹਿੰਦੇ ਖੰਨਿਓ ਤਿੱਖੀ ਬਾਲੋਂ ਨਿੱਕੀ, ਏਤ ਮਾਰਗ ਜਾਣਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਭਗਤਾਂ ਕੀ ਚਾਲ ਨਿਰਾਲੀ। ਉਸੇ ਤਰੀਕੇ ਨਾਲ ਸਾਡੇ 'ਚ ਲੱਭ ਚੜਿਆ ਵਾ। ਉਸ ਤਰੀਕੇ ਨਾਲ ਲੱਭ ਹੁੰਦਾ ਖਾਣ ਦਾ, ਲੋਭ ਹੁੰਦਾ ਧਨ ਦੌਲਤ ਦਾ, ਰੂਪ ਦਾ। ਉਹੀ ਚੀਜ਼ਾਂ ਖੜੀਆਂ ਨੇ ਜਿਹੜੇ ਚੀਜ਼ਾਂ ਨੂੰ ਨਗਲੈਕਟ ਕੀਤਾ ਗਿਆ ਸੀ, ਜਿਹਦੇ ਬਾਰੇ ਸਿੱਖ ਅਰਦਾਸ ਕਰਦੇ ਸਨ ਕਿ ਗੁਰੂ ਪਾਤਸ਼ਾਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਜਿਹਦੇ ਬਾਰੇ ਗੁਰੂ ਪਾਤਸ਼ਾਹ ਕਹਿੰਦੇ ਨੇ
कि जत पहारा धीरज जति होना चाहिए, धीरज होनी चाहिए। जत पहारा धीरज सुनियार, अहरण मत बेद हथियार भौ खल्ला। हुण जे बंदे नूं जदों मरण लगदा उदों इहदी हालत देखण वाली होई हुंदी है। पहले घबरा जांदा, जे इहदा पासा मर जाए ना, इहदे सिर च रसौली आ जाए, इहनूं पता होए भी मेरा ऑपरेशन कल नूं करना, पता नहीं मैं बचना कि मरना, उदों इहदी सोच एकदम होर हो जाती। इहनूं कपड़े पाउण दी कोई रुचि नहीं रहिंदी, कोई चीज़ खाण दी रुचि नहीं रहिंदी, किसी नूं मिलण दी रुचि नहीं रहिंदी। इह तां उदे घुटिया जांदा विचे विच भी मैं तां हुण मर जाना। ਇਹ ਗੱਲ ਸਿੱਖਾਂ ਨੂੰ ਰੋਜ਼ ਚੇਤੇ ਕਰਾਈ ਗਈ ਸੀ ਕਿ ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ ਸਦਣ ਹਾਰਾ ਸਿਮਰੀਐ, ਨਾਨਕ ਸੇ ਦੇ ਉਹ ਤੇਰੇ ਤੇ ਆ ਰਹੇ ਨੇ, ਉਹ ਤੇਰੇ ਤੇ ਦਿਨ ਆ ਰਹੇ ਨੇ। ਤੂੰ ਇੱਥੇ ਹੁਣ ਜਿਹੜਾ ਵੀ ਸਵਾਸ ਲੈਂਦਾ ਜਾਣਾ, ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਜਦੋਂ ਵੀ ਕੋਈ ਗਿਆਨ ਦੇ ਮਾਰਗ ਤੇ ਚੱਲਦਾ, ਉਹ ਤੋਂ ਪਹਿਲਾਂ ਉਹਨੂੰ ਵਿਰਾਗ ਦੀ ਸਥਿਤੀ ਚੋਂ ਲੰਘਾਉਣਾ ਪੈਂਦਾ। ਜਿਵੇਂ ਕੋਈ ਲੋਹੇ ਨੂੰ ਆਪਾਂ ਮੋੜਨਾ, ਉਹਨੂੰ ਉਹਦੀ 'ਚ ਕੋਈ ਤਬਦੀਲੀ ਲਿਆਣੀ, ਤਾਂ ਉਹਨੂੰ ਪਹਿਲਾਂ ਅੱਗ ਵਿੱਚ ਪਾ ਕੇ ਅੱਗ ਦਾ ਰੂਪ ਦਿੱਤਾ ਜਾਂਦਾ, ਫਿਰ ਉਹਨੂੰ ਆਪਣੀ ਮਰਜ਼ੀ ਨਾਲ ਢਾਲਿਆ ਵੀ ਜਾਂਦਾ। ਇਸ ਕਰਕੇ ਪਹਿਲਾਂ ਵਿਰਾਗ ਬੰਦੇ ਨੂੰ ਦੱਸਿਆ ਜਾਂਦਾ ਵੀ ਨਾ ਇੱਥੇ ਤੇਰੀ ਘਰ ਦੀ ਹੈ, ਨਾ ਤੇਰੇ ਬੱਚੇ ਨੇ, ਇਹ ਤੇਰੇ ਪਿਛਲੇ ਪੂਰਬ ਜਨਮ ਕੇ ਮਿਲੇ ਸੰਜੋਗੀ, ਇਹ ਪੂਰਬਲੇ ਜਨਮ ਨੇ, ਉਹਨਾਂ ਵਿੱਚੋਂ ਸੰਜੋਗੀ ਇਕੱਠੇ ਹੋ ਗਏ ਨੇ, ਲੈਣ ਦੇਣ ਦਾ ਸੰਬੰਧ ਹੈ। ਪਰ ਤੂੰ ਕੱਲਾ ਆਇਆ, ਨੰਗਾ ਤੇ ਕੱਲਾ ਚਲੇ ਜਾਏਗਾ, ਖਾਲੀ ਚਲੇ ਜਾਏਗਾ, ਨੰਗਾ ਹੀ ਚਲੇ ਜਾਏਗਾ, ਚੰਗੇ ਮਾੜੇ ਕਰਮਾਂ ਦੀ ਪੰਡ ਬਣ ਕੇ ਲੈ ਜਾਏਗਾ, ਤੇ ਨਾਲ ਇੱਥੇ ਆਪਣੇ ਸਮਾਜ ਵਿੱਚ ਲਾਹਣਤ ਖੱਟ ਕੇ ਜਾਏਗਾ, ਤੇ ਆਪਣੇ ਬੱਚਿਆਂ ਦਾ ਭਵਿੱਖ ਧੁੰਦਲਾ ਦੇਖ ਕੇ ਜਾਏਗਾ। ਇਹ ਸਾਰਾ ਇੱਕ ਸਿਸਟਮ ਸੀ ਮਨੁੱਖ ਜੂਨ ਵਾਸਤਾ। ਸੋ ਅਸੀਂ ਤੁਹਾਡੇ ਚਰਨਾਂ 'ਚ ਇਹੋ ਬਾਰ-ਬਾਰ ਇੱਕੋ ਸਿਮਰ ਬੇਨਤੀ ਕਰਦੇ ਰਹਿੰਦੇ ਹਾਂ ਕਿ ਜੇ ਇਹ ਬੰਦੇ ਮਾੜੇ ਮੋਟੇ ਠੀਕ ਹੈ, ਸਾਡੇ ਤੇ ਵੀ ਤੁਹਾਡਾ ਪ੍ਰਭਾਵ ਹੈ, ਕਿਉਂਕਿ ਇਹ ਲੋਕ ਬਹੁਤ ਜ਼ਿਆਦਾ ਨੇ ਜਿਹੜੇ ਨਾਸਤਿਕ ਨੇ, ਖੁੱਲੇ ਡੁੱਲੇ ਤੁਰੇ ਫਿਰਦੇ ਨੇ। ਹੁਣ ਕਿਸੇ ਦਾ ਮਾਮਾ ਉੱਦਾਂ ਦਾ, ਕਿਸੇ ਦਾ ਚਾਚਾ ਉੱਦਾਂ ਦਾ, ਕਿਸੇ ਦਾ ਤਾਇਆ ਉੱਦਾਂ ਦਾ। ਇੱਕ ਬੰਦਾ ਆਂਦਾ ਮੈਂ ਸ਼ਰਾਬ ਨਹੀਂ ਪੀਣੀ, 20 ਬੰਦੇ ਕਹਿੰਦੇ ਮੈਂ ਪੀਣੀ ਹੈ, ਤੇ ਉਹ ਵਿਚਾਰਾ ਉਹਨਾਂ 'ਚ ਨਾ ਤਾਂ ਬਾਹਰ ਨਿਕਲਣ ਜੋਗਾ, ਨਾ ਉਹਨਾਂ ਦੇ ਵਿੱਚ ਬੈਠਣ ਜੋਗਾ, ਨਾ ਰਿਸ਼ਤਾ ਕਰਨ ਜੋਗਾ, ਨਾ ਰਿਸ਼ਤਾ ਲੈਣ ਜੋਗਾ। ਇਹ ਸਮੱਸਿਆ ਖੜੀ ਕੀਤੀ ਹੋਈ ਹੈ। ਹੁਣ ਸਿੱਖ ਨੇ ਕੁੜੀ ਨਾ ਹਿੰਦੂ ਨੂੰ ਦੇਣੀ ਹੈ, ਸਿੱਖ ਨੇ ਕੁੜੀ ਨਾ ਮੁਸਲਮਾਨ ਨੂੰ ਦੇਣੀ ਹੈ, ਨਾ ਈਸਾਈ ਨੂੰ ਦੇਣੀ ਹੈ, ਸਿੱਖ ਨੇ ਕੁੜੀ ਸਿੱਖ ਨੂੰ ਦੇਣੀ ਹੈ। ਤੇ ਅਗਲੇ ਬੰਦੇ 'ਚ ਸਿੱਖੀ ਦੀ ਜਜ਼ਬਾਤ ਹੈ ਨਹੀਂ, ਉਹ ਨਸ਼ੇ ਲੈਂਦਾ ਹੈ ਜਾਂ ਉਹ ਕਿਸੇ ਹੋਰ ਬਾਬਾ ਜੀ ਦਾ ਪਾਸ਼ਕ ਬਣਿਆ ਹੋਇਆ ਹੈ। ਜਦੋਂ ਕਿ ਸਾਨੂੰ ਗੁਰੂ ਪਾਤਸ਼ਾਹ ਨੇ ਸਪਸ਼ਟ ਰੂਪ 'ਚ ਕਿਹਾ ਕਿ ਭਾਈ ਬਾਣੀ ਗੁਰੂ, ਗੁਰੂ ਹੈ ਬਾਣੀ ਕਿਹਾ, ਤੇ ਫਿਰ ਅਸੀਂ ਕਿਸੇ ਹੋਰ। ਇਹਦੇ 'ਚ ਇੱਕ ਗ੍ਰੰਥੀ ਸਿੰਘ ਬੜਾ ਅਵੇਲੇਬਲ ਚਾਹੀਦਾ ਸੀ, ਉਹਦੀ ਚੰਗੀ ਸੋਚ ਨਹੀਂ ਆ, ਉਹਦਾ ਜੀਵਨਿਕ ਸੰਚੇ 'ਚ ਘੱਟੋ ਘੱਟ ਜੇ 50% ਵੀ ਹੁੰਦਾ ਤਾਂ ਵੀ ਉਹ ਲੋਕਾਂ ਨੂੰ ਆਮ ਪੱਧਰ ਤੇ ਉਹਨਾਂ ਨੂੰ ਥੋੜਾ 50% ਦਾ ਬੰਦਾ ਉਹ 25% ਤੱਕ ਇਹਨੂੰ ਖਿੱਚ ਕੇ ਲੈ ਕੇ ਜਾਂਦਾ ਵੀ ਆਹ ਗੱਲ ਤਾਂ ਸਾਰੇ ਕਰੋ ਵੀ ਸਾਰੇ ਖੰਡੇ ਦੀ ਪੌਲ ਛਕੋ, ਨਹੀਂ ਤਾਂ ਤੁਹਾਡੇ ਆਨੰਦ ਕਾਰਜ ਨਹੀਂ ਕੀਤੇ ਜਾਣਗੇ, ਤੁਹਾਡੇ ਘਰੇ ਕੋਈ ਪਾਠ ਨਹੀਂ ਪੜਿਆ ਜਾਊਗਾ, ਜਿੱਧਰ ਮਰਜ਼ੀ ਜਾਓ, ਜਿੱਧਰ ਮਰਜ਼ੀ ਨਾ ਜਾਓ। ਜਦੋਂ ਸਾਡੇ 'ਚ ਜ਼ਰੂਰਤ ਨਹੀਂ ਰਹੀ, ਸਾਡਾ ਗ੍ਰੰਥੀ ਵਰਗ ਬੜਾ ਕਮਜ਼ੋਰ ਆ, ਆਗੂ ਸਾਡੇ ਬੜੇ ਢਿੱਲੇ ਨੇ, ਉਹਨਾਂ ਨੂੰ ਵੋਟਾਂ ਦਾ ਹੀ ਬੜਾ ਫਿਕਰ ਪਿਆ ਹੋਇਆ ਵੀ ਮੇਰੇ ਕਿਤੇ ਇੱਥੇ ਪ੍ਰਸ਼ੰਸਾ ਹੋ ਜਾਏ। ਹਜੇ ਕਿ ਉਹਨੇ ਵੀ ਬਹੁਤ ਕਸੂਤੇ ਫਸ ਗਏ, ਉਹ ਹੁਣ ਫਸੇ ਗਏ। ਬੰਦਾ ਜਿੱਧਰ ਨੂੰ ਵੀ ਜਾਂਦਾ ਉਧਰ ਨੂੰ ਫਸਦਾ ਹੀ ਜਾਂਦਾ। ਇੱਕੋ ਰਸਤਾ ਸੀ ਛੁੱਟਣ ਦਾ। ਗੁਰੂ ਪਾਤਸ਼ਾਹ ਕਹਿੰਦੇ ਨੇ ਫਸਣ ਕੀ ਵਿਦ, ਫਸਣ ਦੀ ਵਿਦ ਸਾਰੇ ਜਾਣਦੇ ਨੇ, ਛੂਟਣ ਕੀ ਇੱਕ ਕੋਈ। ਕਿੱਦਾਂ ਫਸਣਾ ਹੈ ਦੁਨੀਆ 'ਚ, ਇਹ ਪਹਿਲੇ ਇਹਨੂੰ ਸਮਝਾ ਦਿੱਤਾ ਜਾਂਦਾ ਵੀ ਆਹ ਕਰ ਲਈ, ਪੈਸਾ ਲਿਆਈ ਜਦੋਂ ਮਰਜ਼ੀ ਲਈ, ਬਾਹਰ ਜਾ ਕੇ ਲਿਆਈ, ਕੋਈ ਐਦਾਂ ਕਰ ਲਈ। ਇਹ ਫਸਣ ਦੇ ਸਾਰੇ ਤਰੀਕੇ। ਪਰ ਜਿਨ੍ਹਾਂ ਤੇ ਗੁਰੂ ਨੇ ਰਹਿਮ ਕਰਨਾ, ਭਾਈ ਭਿਖਾਰੀ ਵਰਗਿਆਂ ਤੇ, ਭਾਈ ਮੰਝ ਵਰਗਿਆਂ ਤੇ, ਭਾਈ ਸਾਲੋ ਵਰਗਿਆਂ ਤੇ, ਕਿੰਨਿਆਂ ਕਿਤੇ ਨਾਂ ਲਈ ਜਾਏ, ਉਹਨਾਂ ਨੂੰ ਇਹਦੇ ਵਿੱਚ ਰਹਿੰਦਿਆਂ ਹੋਇਆਂ ਰਾਜਾ ਜਨਕ ਰਾਜ ਭਾਗ ਵਿੱਚ ਰਾਜ ਭਾਗ ਕਰਦਾ ਹੋਇਆ ਗਿਆਨਵਾਨ ਹੈ। ਕ੍ਰਿਸ਼ਨ ਅਰਜਨ ਜੀ ਨੂੰ ਕਹਿ ਰਹੇ ਨੇ ਕਿ ਅਰਜਨ ਕਰਮ ਯੋਗ ਹੈ ਤੇ ਗਿਆਨ ਯੋਗ ਹੈ। ਕਰਮ ਯੋਗ ਹੈ, ਕਰਮ ਆਪਣੇ ਸਾਫ ਸੁਥਰੇ। ਤੁਹਾਨੂੰ ਵੀ ਗੁਰੂ ਅਰਜਨ ਜੀ ਕਹਿੰਦੇ ਨੇ ਸਰਬ ਧਰਮ ਹੈ श्रेष्ठ धर्म, हर को नाम जप निर्मल कर्म। कर्म निर्मल रखी। निर्मल कर्म की सी? आ गल्लां सी सारियां भी सच बोलना। हुण तुसीं दसो जे असीं सारे लोग जे अंग्रेज सच बोल सकते ने ते इंडियन लोग क्यों नहीं सच बोल सकते? की प्रॉब्लम है इन्हां नूं? सच बोलना, किसी दा हक नहीं खाना। हक पराया नानका, उस पर बंदा नहीं हटदा। इहदे च लोभ इन्ना, उहदे ते इशादत कर जांदा। ਉਹ ਅੱਖਾਂ 'ਚ ਘੱਟਾ ਪਾ ਕੇ ਵੀ ਪੈਸਾ ਲਿਆ,
ठगी मार के भी ले, रेट वध दस के भी ले ले। घट दसन वाला बंदा नहीं मिलेगा, वध दसन वाले बंदे मिलने ਜਾਂ फिक्स रेट होगा, क्योंकि घट विच हानि होनी है। इस करके बंदी हानि उदा बीमार हो के ਉਹਦੇ ਕਰੋੜਾਂ ਰੁਪਏ ਲੱਗ ਜਾਣ, ਉਹ ਝੱਲਣ ਨੂੰ ਤਿਆਰ ਹੈ, ਪਰ ਬੇਈਮਾਨੀ ਕਰਨ ਤੋਂ ਹਟਣ ਨੂੰ ਤਿਆਰ नहीं। इस करके गुरु प्यारिओ है तो सच ये आप जी के चरणों च इन्नी बेनती करते हैं भी चले तो जाना ना, तो थोड़े ना बहुते कपड़े जाने। साडियां धीआं नूं कपड़े पाउण दा बड़ा शौक है, बहुत ही इन्हां दे। मैं एक दे देखिआ उहदी हेठली पजामी पहलां खुली कीती सी, उहदे थल्ले एक इदां धागे जे बालते, बस किसी ना कोई चीज़ कीती नहीं तां तीजे दिन उदां दी कोई चीज़ कर लेनी, खड़ी कर लेनी। ਇਹਦੇ ਨਾਲੋਂ ਮੁਸਲਮਾਨਾਂ ਦੀਆਂ ਲੜਕੀਆਂ ਜਿਹੜੀਆਂ ਕਵਰੇਜ ਕਰਕੇ ਭੇਜੀਆਂ ਜਾ ਰਹੀਆਂ ਨੇ, ਉਹਨੇ ਆਪਣੇ ਸਿਸਟਮ ਨੂੰ ਨਹੀਂ ਬਦਲਿਆ। 1500 ਸਾਲ ਤੁਸੀਂ 313 ਸਾਲਾਂ 'ਚ ਸਿੱਖੀ ਦੀ ਬਿਲਕੁਲ ਸ਼ਕਲੋ ਸੂਰਤ ਬਦਲ ਦਿੱਤੀ ਹੈ। ਪਰ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੈ, ਹੁਣ ਇਹ ਨਹੀਂ ਵੀ ਗੁਰੂ ਦੀ ਕਿਰਪਾ ਉਹਨਾਂ ਤੇ ਹੀ ਹੈ ਤੇ ਗੁਰੂ ਸਾਰਿਆਂ ਤੇ ਕਿਰਪਾ ਕਰਨ ਆਇਆ ਸੀ ਕਿ ਇੱਕ ਵਰਗ ਤੇ ਕਿਰਪਾ ਕਰਨ ਆਇਆ ਸੀ ਜਾਂ ਚੰਦ ਬੰਦਿਆਂ ਤੇ ਕਿਰਪਾ ਕਰਨ ਆਇਆ ਸੀ। ਇਹ ਕਿਵੇਂ ਆਪਾਂ ਸੋਚ ਲਿਆ? ਇਹ ਗੱਲ ਮੁਹੰਮਦ ਦੇ ਪੈਰੋਕਾਰਾਂ ਨਹੀਂ ਸੋਚੀ, ਇਹ ਈਸਾ ਦੇ ਪੈਰਾ ਕਰੋ ਇਹ ਨਹੀਂ ਸੋਚੀ ਵੀ ਈਸਾ ਸਿਰਫ ਚੰਦ ਬੰਦਿਆਂ ਵਾਸਤੇ ਆਇਆ। ਉਹ ਤਾਂ ਤੁਹਾਡੇ ਵਿੱਚ ਵੀ ਅੱਗੇ ਧੱਕਾ ਫਿਰਦੇ ਨੇ ਵੀ ਤੁਸੀਂ ਵੀ ਉਹਦੇ ਦਰ ਤੇ ਆ ਜਾਓ। ਮੁਸਲਮਾਨ ਵੀ ਤੁਹਾਨੂੰ ਅੱਗੇ ਪ੍ਰੇਰਦੇ ਨੇ ਵੀ ਤੁਸੀਂ ਇਸਲਾਮ ਵਿੱਚ ਆ ਜਾਓ। ਤੁਸੀਂ ਮੈਂ ਨਾ ਕਿਸੇ ਨੂੰ ਹੋਰ ਨੂੰ ਤਾਂ ਕੀ ਕਹਿਣਾ ਸੀ ਵੀ ਖਾਲਸਾ ਪੰਥ ਅੱਜ ਦੀ ਵਿਸ਼ੇਸ਼ ਹੈ, ਤੁਸੀਂ ਤਾਂ ਆਪ ਹੀ ਇਸ ਪੰਥ ਦੇ ਹਿੱਸਾ ਨਹੀਂ ਬਣੇ। सिर्फ 4 काम रख ले भी खंड पाठ पढ़ा लो, जो मर्जी करो, कुर्सियां डाओ, लंगर जिदा मर्जी छको, भंगड़े पाओ, कतलाम करो, शराबां वंडो, बस धर्म की एक रीति रख दी है। जिहड़ा अज सानू गुरु पातशाह इस गल तो बहुत वड्डा साडे नाल उन्हां दा जीव जिहड़ा वो सानू बिल्कुल चेतन करा रहे ने भी ये तुहाडा धर्म नहीं। कह रहे ने कि जिन मन होर मुख होर से कांडे कच्चिया, वो कच्चे ने। इस करके धर्म के नाँ से भी थोड़ी बड़ी लुट कसुट हुई है, बहुत लुटे गए तुसीं धर्म के नाँ से। ऐसी कोई कथ नहीं, गुरु नहीं अपने सिखां नूं लुटाना चाहता। सानू लुटिया गया, असीं आप खुद वो चंगड़ च पै गए लुटण दे। बकारा नाल तां लुटना लुटना सी, साडा पैसा लुटिया गया धर्म के नाँ तो। वो पैसे की ये आउटपुट आई, इन्ना पंजाब विच समागम होए, इन्ने पंजाब विच गुरुद्वारे खड़े किए गए, इन्ने सारे कुछ सिस्टम चले ने, पर सब तो ज़्यादा नशा पंजाब च विकण दिया। सब तो ज़्यादा लड़कियां दा घरों अपनी माँ प्यो तो बाहरे होके ब्याह कराने का सिस्टम पंजाब विच, सब तो ज़्यादा ठगी ठोरी का सिस्टम पंजाब विच, सब तो ज़्यादा डेराबाद पंजाब विच, सब तो ज़्यादा झूठ झूठे परचे, फैशन, मोबाइल सेल, डीजल ते पेट्रोल की खपत, बिना मतलब तो मोटरसाइकिल चढ़े फिरते हैं। इस करके जिन्ना चिर तक तुसीं अपना भविख नहीं, एजुकेशन तुसीं पिछे, गेमां च तुसीं पिछे। मैनूं नहीं पता पंजाब के किन्ने बंदे जिहड़े नोबल प्राइज लै रहे हैं। बिहार अगे उन्हीं भुख देखी, थोड़े फैशन नहीं बाज आते। बिहारियां ने भुख देखी, तुसीं अजे तक भुख नहीं देखी। 1947 च भुख देखी मेरे बजुर्गों ने, कोई 84 च साडे नाल बहुत कुछ होया। साडी बदकिस्मती है। इस करके असीं तुहाडे चरणों च इक्को बेनती करते हैं, हिंदू जनेऊ पा के हिंदू धर्म च पक्का होए, सानू कोई इतराज नहीं है। उन्हां दा धर्म है, उन्होंने मेनटेन कर लैण, वो झूठ छड्ड देण, वो दूजे का बुरा, जे उन्होंने धर्म अनुसार दूजे का बुरा करना है तो मेरे नाल गल करे कोई, किहड़ा कहूगा भी साडे धर्म च दूजे का बुरा करना लिखिया होया, जां नशे लैणे लिखे हुए हैं, जां पति वर्ता सती वर्ता उन्होंने धर्म च नहीं मैंशन किया होया, जां उन्होंने धर्म च चोरी करने की इजाजत दी हुई है, जां तुहाडे धर्म च गल्लां मैंशन कीतियां। मैं तां तुहानूं बेनती करदा भी सिर्फ एक कौम का एक स्टाइल करना पैंदा। मेन धर्मां दीयां गल्लां सच बोलना, किसी का हक नहीं खाना, करैक्टर उच्चा रखना, एका नारी सदा जती सिखा ने रहना। एक सिखा दीयां 2-4 विशेषताइयां ने भी परमात्मा की बनाई हुई शक्ल नूं मॉडिफिकेशन नहीं करना, ना रंगना इहनूं, ना इसदी घाट छांट करनी है। यह है तुहाडे कोल विशेष चीज़ है। पर उन्होंने भी उन्होंने कौमां भी जिहड़ा प्रभु भगती वाल तुरिया, उन्होंने पता भी जे तैनूं परमात्मा की बनाई हुई शक्ल पसंद नहीं, तू भगती की करने तू।
जो इंटरनल बॉडी है वो उन्हें तैयार की है, एक्सटर्नल बॉडी उन्हें तैयार की है। सारी दुनिया में केस लाए ने, पशुओं को थां थां जिथे केस लाने उत्थे लाए ने, सप्पां नूं नहीं लाए हुए। जिन्हों जिद्दां दी चीज़ लानी उन्होंने उदां दी लाई हुई, उहदी अपनी बनतर है। तो असी साडे मुंडे क्यों केस कटाते हैं? क्योंकि असी इन्हां दे सारे धार्मिक काम करते हैं, इन्हां च धार्मिक जज्बात नहीं भरे गए। ये सरदारी इन्हां नूं चंगी नहीं लगी। सारे वर्ल्ड विच जिहड़े है किते भी कोई सिख खड़ा होगा उहनूं उहदे नाल जानकारी करन दी लोड़ नहीं भी तू कौन हुन्ना। उहनूं देखदियां सार लोग कहणगे कि ये सरदार जी ने, सरदार जी, सरदार जी, इन्हीं को सरदार बनाऊं। सिर की सेफ्टी, सर्दी गर्मी तो सिर ते बचा। 8 मीटर का दस्तारा उत्ते सजाया। 2 किस्म की सिखां की दस्तार, एक दमाला है, एक जेडे साडे थोड़े जे बिगड़ गए फैशन वाले आ गए हैं, वो थोड़ा जिहा इहनूं होर तरीके का थोड़ा इहदा स्टाइल बना लिया वा। ऐसी कोई गल नहीं सी। ईवन बेटियां में भी दस्तार जरूर होएगी, ऐसी कोई गल नहीं होगी। क्योंकि जो एक ते लागू किया है तो दूजे ते भी वो चीज़ लागू की होएगी। जे बंदे ना कृपान पानी है तो बेटी ने भी कृपान पानी है, लागू किया। जो उन्हें कशहरा लेना तो उन्हें भी कशहरा लेना। ਉਹਦਾ कड़ा चाहिए तो ਉਹਦੇ भी कड़ा चाहिए। ਉਹਦੇ केस ने तो ਉਹਦੇ भी केस ने। ਉਹਦੀ केस गई है, ਉਹਦੀ भी केस गई है। पर अज तो नंगा सिर हो गया, शरीर का शोषण होने ਨੂੰ जी करता। बंदे उन्हें नंगा पिंडा करके बहुत घट फिरते हैं, जिन्ना इन्हों जड़ा जो सारा कुछ सिस्टम आ गया, गंदे वाले तो गंदा सिस्टम आ गया। इस करके जिन्ना क बच सकते हैं इनू बचाना चाहिए। एको बेनती है, कीर्तन आप जी ने फिर सरवण करना। मेरे बत्ती सत्कार थोड़े कीर्तन की साझ पाने बैठे। मेरा तो हुण इन्ना मेरा नहीं दिमाग रहा, मैं थक जाना सारा दिन। और मैं इस गल तो दुखी हाँ। मैं खुद देखने लग्या भी लोग किदां किसी को बाबा बनाते हैं। अरे लोग बाबा बनते किदां ने, अपना तजर्बा हो जाता इस गल पै के। ये किदां बन जाते हैं, ये किदां बना लेंदे ने। इस करके मैनूं कई बार गल कहनी पई है कि जिन्ना चिर तक पंथ की ये असाइयां तो मत लै लैंदी माड़ी मोटी दा वो पोप ही किसी बंदे नूं संत दा रुतबा देगा, लोग नहीं देणगे। एक पोप सारे बल दा, सब तो ज़्यादा आबादी उन्हां दी है। ਉਹਦੀ पूरी दी पूरी पिछों ਉਹਦੀ ਜਿਹੜੀ है ना, ਜਿਹਨੂੰ ਆਪਾਂ ਕਹਿੰਦੇ ਆ ਐਫੀਸ਼ੀਐਂਸੀ, ਉਹਦੀ ਰਿਪੋर्ट ਲੈਣੀ ਹੈ, ਉਹਦੀ गुप्त रिपोर्ट लैनी है भी जिथे भी बंदा धर्म च रहा, इन्होंने धर्म के नाँ से लोगों को ठगी की, इन्होंने धर्म को राजनीति तौर पर तो नहीं वरत्या। इन्होंने धर्म जो सिद्धांत ने उन्होंने पालना करता हुआ दूजे बंदे माड़ा मोटा धर्म बारे प्रेरित किया। उसकी पूरी रिपोर्ट कह के कट्ठी करके चाहे 10 साल लग जाए, जिथे जिनी उम्र गई है, जदों तो ईसाई बन गया, फिर उस तो बाद पोप को सारा जाऊगा। पोप फिर कहेगा जिदे हुण मदर टेरेसा नूं नहीं संत का खिताब दिता, मरी नूं कितना चिर हो गया, हुण उहनूं खिताब दिता। असीं भी इस गल की तुहाडे नाल सांझ पाई सी भी आधा अकाल तख्त तो कोई बंदा किसी नूं सन्मानित करे, वो साडी एक सुप्रीम पावर है। उत्थे ठीक है, असीं उस सिस्टम नूं ठीक नहीं कर सके, पर तख्त तां साडे वास्ते सुप्रीम है। तो ਜਿਹੜੇ ਲੋਕਾਂ ने किसी बाबा जी बना लिया, किसी महापुरख बना लिया, किसी संत जी बना लिया, किसी कुछ बना लिया, वो फिर वो चक्कर च पै गए। तो वो शब्द गुरु जो टुट गए, देहधारी प्रथा च आ गए, देहधारी नाल साडियां बंडियां पै गई। कोई कहंदा मेरा गुरु वो है। इत्थों सनातन खड़ा कीता सी, ये सनातन विचों गल कढ के इकट्ठे कीता सी। जिवें उन्हां दा एक ईसा, एक बाइबल, एक उन्हां दा हैगा परमात्मा, एक उन्हां दा सिद्धांत है, पादरी है, गिरजा है। इदे उन्हां दा एक महमद है, एक कुरान है, होली बुक, एक उन्हां दा अल्लाह है, एक उन्हां दी सरा है, शरीयत है, 5 नमाज़ां रोजे ने ते नाल नाल सुन्नत है। उन्हां दा पानी च गोता है ईसाइयां दा। उन्हें एक बार मार के दूर भी ये गल कही जाती भी पहला मरण कबूल। तुहानूं पुछया जाऊगा भी तुसीं खालसा पंथ का अंग बन लगे हो, ये सीस गुरु नूं देना पैना, तुसीं उत्थे प्रण करना भी हाँ जी गुरु दा है, अगे गुरु दा है, मेरा तो है ही नहीं है। जदों ये गल चुकी नहीं चुकी कौम ने, तो इस करके कौम मठ पई। हुण कोई बेईमान रिश्तेदार है, कोई करैक्टरलैस है, कोई नशा पी रहा, तो ना उन्होंने छड्ड सकते हैं, तो ना उन्होंने नाल तुर सकते हैं। सिस्टम में सानू तुरन की लोड़ है, वो है जिन्ना उन्हों का जनेऊ, उन्हों का हर एक बंदे का जनेऊ लेडीज़ का नहीं है, उन्होंने हर बंदे का पानी च गोता लेडीज़ का भी है, उन्होंने हर बंदे
इधर लेडीज़ नूं बराबरता दे के गुरु नानक ने इन्हां नूं बराबर सारे हक देते ते इन्हां कोल भी ओहे पंज ककारी रहत दित्ती है। इन्हां नूं कौर ना दिता, तुहानूं सिंह शब्द दिता, वो तुसीं चुक लिया सिंह ते कौर। हुण अजोके मुंडे जिहड़े केस नहीं रखना चाहते, वो एक नवीं इन्हीं ट्रेंड बनाया भी जिद्दां रणबीर सोल ਸਿੰਘੇ खत्म कर दिता विचों। जिहड़ी जात नूं गुरु पातशाह ने डंके की चोट नाल दबिया सी, वो जात फिर आपां कढ लिआंदी है। इस करके कोई समस्यावां बनदियां कौम विच, और कौम के चिंतक बंदे फॉलो नहीं कर सकते। ये नहीं भी आप चिंतक ऐसा कुछ भी नहीं है, बड़े बड़े चिंतक बैठे ने, वो इकट्ठे होकर कोई विचारधारा के निचोड़ ते नहीं पहुँचते। इस करके कौम नूं ठीक दिशा निर्देश नहीं मिल रहा। उदा कौम विच जज्बात है, कौमी प्यार है, इस तो रह गए सारे दे सारे। एक फौज के बंदे लड़ते सी, वो हारदी सी, एक कमांडेंट आया चंगा, उन्हें फौज लड़ाई अपनी विधि अनुसार। एक मुंडा उन्हां च बहुत जज्बाती बंदा लड़दा सी, उन्हें देखदा रहा भी किदां चलदे ने सारे सिपाही। जदों वो जित प्राप्त हुई, उन्हां मुंडे नूं जा वाह वे पुत्रा तू बहुत सोहना लड़िया। आंदा नहीं, मेरे वर्गे बहुत ने, पर तेरे वर्गा कमांडेंट नहीं कोई भी, तू लड़ाया मैं नहीं लड़िया। ये गल साडे च नहीं है, यानी मैं लड़ना जो लड़ना, मैं करदा जो करदा, ये साडे च मैं मारी सी। इहदे बारे सानू अरदास कराई सी हंकार तो बचाना। इस करके प्यारे साडी हाथ जोड़ के बेनती हुंदी है भी जिद्दां उन्हां दे धर्म की स्थिति है, ठीक है, इहदा सब तो ज़्यादा जिहड़ी है इकट्ठ नहीं कर सकिया, हिंदू सनातनी कर सकिया। वो जात वरण च वंड के बैठा रहा, कोई एक बंदे नूं धर्म का हक देता, तीन बंदे नूं धर्म का हक नहीं दिता। गुलाम होंदे रहे, राजे राजियां नाल आपो जी लड़ते रहे, मुगल घट आए ने, इन्हीं आपो जी लड़ लड़ के जिद्दां तुसीं देखो भी छेवें पातशाह ने 52 राजे हिंदुआं भरावां दे छड़ाए ग्वालियर के किले चों। ਉਹੀ राजे मुड़ के इकट्ठे होके पहले आनंदपुर साहब नूं घेरा पा के बैठे ने, फिर वो जाके पा रहे ने चमकौर नूं। बंदे ਉਹੀ ने, ਇਹਨੂੰ ਕਹਿੰਦੇ ਨੇ अकिरत कण। ਤੁਸੀਂ ਅੱਜ ਅਸੀਂ ਸਾਰੇ किरत कण ਹਾਂ। ਅਸੀਂ ਆਪਣੇ ਗੁਰੂ ਦੇ ਬਚਨਾਂ ਦੀ ਠੀਕ ਤਰੀਕੇ ਨਾਲ ਪਾਲਣਾ ਨਹੀਂ ਕਰ ਪਾਏ, ਉਹਦੇ ਕੀਤੀ ਹੋਈ ਨੂੰ ਆਪਾਂ ਭੁਲਾ ਬੈਠੇ ਹਾਂ। ਅੱਜ ਅਸੀਂ ਦੁਖੀ ਹੋ ਕੇ ਬੈਠੇ ਹਾਂ। साडियां बच्चियां दा कोई भविख धुंधला हो गया, बच्चों का भविख धुंधला, पंजाब च बेरोजगारी, नशा बहुत, लड़ाइयां झगड़े अत दे, चोरियां दिने दी भी। धर्म कहंदा चोरी नहीं करनी, चोर की हम भरे ना होए, चोर किया चंगा क्यों होए। धर्म कंडक्टरलेस नहीं होना। देख बाण अनक पढ़ते में पाड़ा सुन फक है, चित्रगुप्त जब लिखना मांगे तब कौन पढ़ता तेरा ढक है। धर्म कहता किसी का हक नहीं खाना, हक पराया नानका वो सूअर उस गाय। धर्म कहता है कि बहु प्रपंच कर पर धन लियावै, सुत दारा पै आन लटावै, मन मेरे भूले कप न कीजै, अंत न मेरा तेरे। जे अज देश में धर्म लागू किया जाए फिर सानू कोई लोड़ नहीं, इन्हां मिनिस्टरां दी लोड़ नहीं, फिर सानू असी झूठ बोलना ही नहीं, किसी का हक खाना ही नहीं, नशा कदे जिंदगी पीना नहीं, करैक्टरलैस होना नहीं, परमात्मा से सिद्ध रखना, मेहनती होकर देश की तरक्की वास्ते योगदान पाना। जिस देश में झूठ मुक जाए कि प्रशासन ने झूठ बंद कर दिता, कि ठगी ठोरी बंद हो गई, कि लोग सुखी हो गए प्रशासन नाल, उन्होंने भी करप्शन का हक दिता जा गया, उन्होंने पावर दी गई कि तुम पावर के थले करप्शन भी कर सकते। पता नहीं की किदां दी गल शुरू हो गई है। इस करके प्यारे जागो, अज सानू जागण का टाइम आया। ये फैसलेबाजी के दौर तो निकलो, कौमी प्यार पैदा करो, देश प्यार पैदा करो। असी देश के वसनीक हैं, देश लिए लड़ांगे, देश लिए मरांगे, देश लिए काम करांगे। हुण असी पंजाबी हैं, प्रदेश है साडा पंजाब प्रदेश, पंजाब लिए लड़ांगे, पंजाब लिए मरांगे, पंजाब लिए काम भी करांगे। हुण असीं पंजाब विच सिख हैं, सिक्खी लिए लड़ांगे, सिक्खी लिए मरांगे, सिक्खी लिए काम करांगे। इस करके आखिरी बेनती वो है पीवो पहल, जिवें उन्हां दा दस्सिया गोता पानी जनेऊ सुन्नत इधर है, चरण पहल के बाद खंडे की पहल, पीवो पहल खंडे धार। ये पहली कौम है जिहड़ी खंडे की धार तो जिन्होंने जन्म दिता।
ये पहली कौम है जिसका प्रसाद कड़ा प्रसाद है खुशी गमी में, बहुत ही टेस्टी है, देसी घ्यो है, आटा है, मिठा है, तिन्ने पदार्थ बहुत स्वच्छ ने। दो बाणियां का जाप खाइदे उच्चे थां ते सवाईमान किया जाता, खुशी में भी है गमी में भी। ये पहली कौम है जिसका निशान धर्म का सब तो उच्चा रखा गया। ये पहली कौम है जिसे हर धर्म के वैसे एक भगवान पढ़ दिता गया, नानक नाम चढ़दी कला तेरे भाणे। अज ये लोग सरबत का भला कहने वाले सगे भरा दा बुरा करते हैं, कहते कुछ नहीं ते करते कुछ नहीं। अगली बेनती है कि पहली कौम है जिसे ग्रंथ को गुरु बनाया गया, तो कोई ग्रंथ गुरु की लग में प्राप्त नहीं होया। अरे पहला ग्रंथ है जो गुरुमुखी च लिखा गया, अज तक कोई भी धार्मिक ग्रंथ गुरुमुखी च नहीं लिखा गया। ये पहली कौम है जी एक नाम थले इकट्ठी की गई, सिंह ते कौर थले अज तक कोई कौम एक नाम थले नहीं है। ये पहली कौम है जिसे गुरुद्वारे के लंगर हाल तैयार किया गया, अज तक किसी भी धर्म के स्थान लंगर हाल तैयार नहीं किया गया। लंगर हाल का इको मकसद सी कि गरीब अमीर ऊंच नीच बराबर इको जिहा खाना खाण ते अपनी भरातरी भाव को मजबूत कर। वोटा रोटी सारे को परमात्मा दे रहा, इस उहदे विच बैग बंदी। ये पहली कौम है जिहदे विच एक हथियार दिता जा रहा है, हर बेटी ने हर बेटे ने। कोई कौम नहीं जो कोई हथियार हमेशा रहेगा, मरे बंदे के नाल भी कटान होएगी कौम। किन्नियां इस कौम दी विशेषता ने पढ़ो श्री गुरु ग्रंथ साहिब में पंजाबी च लिखे नो। अज विद्या का युग है, मुसलमान की तारीफ की है, मुसलमान दसिया किदां दा मुसलमान चाहिए, सिख दसिया किदां दा चाहिए, गुरु सतगुर का जो सिख खाए केड़ी दी पंडित किदां दा चाहिए, जेड़े भगवती किदां दा चाहिए, जेड़े भगत कहने वो किदां दा चाहिए, परस किदां दा चाहिए, जेड़ा सारी जिंदगी किसी नाल संपर्श नहीं करता, अंदरों नहीं संपर्श होंदा, बाहरों तो करता हो। अंदर का सिस्टम हो रहा है, बाहर का सिस्टम हो रहा है। कोई ऐसे पॉइंट नहीं जेड़ा इस गुरु ने ना दिता हो, की खाना की नहीं खाना, की देखना की नहीं देखना, की सुनना की नहीं सुनना, की पहनना की नहीं पहनना, किदे लागे बैठना किदे लागे नहीं बैठना, किधर तो तुरना किधर तो नहीं तुरना। हर टॉपिक से गल की हुई, कित्थों आए तुसी, इन्हां नूं पुछो असीं कित्थों आए, ऐसे की करना ये दसणगे, की करना अगे किथे जाना ये दस देंगे। भी जे ऐसा जाएगा तो अगे बड़ी रेरे दरगाह कहे ना कहो, आओ बैठ आदर सुख दो वहां महल नहीं पावे तो बरसा जन्म मरना होएगा। और ये गल पक्की की सी पुन पाप दी कि पुन्नी पापी आखण ना है, कर कर करना लिखदा जाओ आपे बीज आपे। गल तो सब कहनी सी भी तुम सारे ने काम करो सारा ते किथे इकट्ठे होना सी अपने महल्ले के गुरुद्वारे, होर बहुता किते जाने की कोई लोड़ नहीं सी, ताकि साडा तेल बचदा, साडा समा बचदा। उत्थे सवेर नूं 1.5-2 घंटे बैठदे, शाम नूं 1.5-2 घंटे बैठदे, इन्ना बड़ा सी जिन्हें अपनी ईमानदारी नाल काम करदे ते सारे इसे जिथे भी एक दूजे नूं मिलदे उन्हां दा सलाम अलैकुम सी, उन्हां दा सलाम दुआ सी, उन्हां दा राम राम नमस्ते सी, साडा सी वाहिगुरू जी का खालसा वाहिगुरू जी की। तुसीं ओह गल चुकी नहीं है, 313 साल लगाते किसी ने कोई शब्द वरत लिया कि ना वो कि टाटा गुड मॉर्निंग गुड इवनिंग, ना तुसीं अंग्रेज ना तुसीं पंजाबी, अद्धी तो ज्यादा अंग्रेजी बोली जाते हैं। जिथे अंग्रेजों को जाओगे अंग्रेजी बोल लियो, सिखो पूरी सिखो, पर पंजाबी ना छड्डो, पंजाबी यूनीफॉर्म ना छड्डो, पंजाबी गाना है साडा, पंजाबी खुराक है साडे कोल, पंजाब का वातावरण है साडे कोल, असीं दे वारस है, इहनूं गंदा ना करो। यह पीवो पहल ठंडे धार होए जन्म सेला, जिहदे घर बेईमानी का पैसा नहीं आएगा, जिहदे घर नशा नहीं होएगा, जिहदे घर 2 टाइम का नितनेम होएगा, जिहदे घर विच झूठ का कोई बोलबाला नहीं होएगा, धागे तबीज जंतर मंत्र टूने टमाने से विश्वास नहीं होएगा, गुरु की बाणी से विश्वास होएगा, तो जिहदे घर विच आएगा सिख साध की सेवा होएगी, तो जिहदे घर दंदे गाणियां का प्रसारण नहीं होएगा, उस घर विच सारियां दा जन्म सहेला होएगा।
ਜਾਂ ਹਿੰਦੂਆਂ ਦਾ ਘਰ ਹੋਏ ਜਨਮ ਸਿੰਘ ਦਾ ਬਾਹੋ ਬਾਹੋ, ਬੜੇ ਛੋਟੇ ਨਾਲ ਜਿਹੜੀ ਗੱਲ ਹੈ, ਬਾਹੋ ਬਾਹੋ ਗੋਬਿੰਦ ਸਿੰਘ, ਉਹ ਪੌੜ ਨਹੀਂ ਸੀ ਉਹਨਾਂ ਨੂੰ ਕਹਿੰਦੇ, ਉਹਨਾਂ ਨੂੰ ਕਹਿੰਦੇ ਜਨੇਊ। ਇਹ ਜਨੇਊ ਜੀ ਦਾ ਹੈ ਤਾਂ ਪਾਂਡੇ ਘੱਟ ਸੁਨਤ ਸੀਲ ਸੁਨਤ ਰੋਜ਼ਾ ਪੂਰਾ ਮੁਸਲਮਾਨ ਦੀ ਦੱਸੀ ਹੋਈ ਹੈ, 5 ਨਮਾਜ਼ਾਂ ਦਾ ਦੱਸਿਆ ਹੋਇਆ, 5 ਟਾਈਮ ਕਿੱਦਾਂ ਕਰਨੀ, ਤੇਰੇ ਚ ਦਇਆ ਹੋਣੀ ਚਾਹੀਦੀ, ਤੇਰੇ ਚ ਧਰਮ ਹੋਣਾ ਚਾਹੀਦਾ, ਤੇਰੇ ਚ ਨੇਕੀ ਹੋਣੀ ਚਾਹੀਦੀ ਹੈ, ਤੇਰੇ ਚ ਪਰ ਪ੍ਰਕਾਰ ਦੀ ਸੋਚ ਹੋਣੀ ਚਾਹੀਦੀ ਹੈ। ਇੱਕ ਸਵਾਰਥੀ ਜੀਵਨ ਹੁੰਦਾ, ਇੱਕ ਨਿੱਜ ਸਵਾਰਥ ਹੁੰਦਾ, ਆਪਣੇ ਭਲਾ ਕਰਨਾ, ਦੂਜਿਆਂ ਦਾ ਖੂਚ ਪੈ ਜਾਣ। ਇੱਕ ਹੁੰਦਾ ਆਪਣਾ ਚੰਗਾ ਸੋਚਣਾ, ਅਗਲੇ ਦਾ ਵੀ ਚੰਗਾ ਸੋਚਣਾ। ਜੇ ਅਗਲੇ ਦਾ ਚੰਗਾ ਹੋਵੇ ਤਾਂ ਮੇਰਾ ਤਾਂ ਆਪ ਚੰਗਾ ਹੋ ਜਾਣਾ। ਜੇ ਅਸੀਂ ਕਹੀਏ ਵੀ ਮਹਾਰਾਜ ਆ ਸਾਡੇ ਖੇਤ ਵਿੱਚ ਇੰਨਾ ਕੁ ਖੇਤ ਹੈ, ਇਹਦੇ 'ਚ ਬਹੁਤ ਜ਼ਿਆਦਾ ਹੋਣ ਲੱਗੀ ਹੈ, ਤੂੰ ਮੀਂਹ ਪਾ ਦੇ, ਤੇ ਇੰਨੇ ਖੇਤ ਵਾਸਤੇ ਮਹਾਰਾਜ ਮੀਂਹ ਨਹੀਂ ਪਾਏਗਾ। ਤੇ ਜੇ ਕਹਾਂਗੇ ਘਰ ਸਾਰਿਆਂ ਦੇ ਮੀਂਹ ਪਾ ਦੇ, ਸਾਡੇ ਖੇਤ 'ਚ ਵੀ ਮੀਂਹ ਪੈ ਜਾਵੇ, ਫਿਰ ਇਹਦੀ ਕਿਹੜੀ ਗੱਲ। ਇਸ ਕਰਕੇ ਸਰਬੱਤ ਦੇ ਭਲੇ ਦੀ ਤੁਹਾਨੂੰ ਸੋਚ ਦਿੱਤੀ ਹੋਈ ਸੀ, ਸਰਬੱਤ ਦੇ ਭਲੇ ਤੇ ਸਾਡਾ ਭਲਾ ਹੋਣਾ ਸੀ। ਇਹ ਹੈ ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰਚੇ ਲਾਏ, ਪਹਿਲਾ ਪੈਗੰਬਰ ਹੈ ਦੁਨੀਆ ਦਾ। ਇਹ ਵੀ ਧਿਆਨ ਰੱਖੋ ਹੋਣੀ ਗੱਲ। ਜਿਹੜੇ ਤੁਸੀਂ ਇਹਨੇ ਬਾਬਿਆਂ ਦੇ ਚੱਕਰ 'ਚ ਪੈ ਗਏ ਨਾ, ਜਰਾ ਥੋੜਾ ਜਿਹਾ ਦਿਮਾਗ ਨੂੰ ਹਿਲਾਓ। ਬਾਬੇ ਨਾਨਕ ਨੇ ਜੀ ਲੈਣੇ ਦੇ ਪੈਰਾਂ ਤੇ ਮੱਥਾ ਟੇਕਿਆ, ਸੰਗਤ ਨੂੰ ਸੰਬੋਧਨ ਕੀਤਾ ਕਿ ਅੱਜ ਤੋਂ ਬਾਅਦ ਮੈਂ ਸਰੀਰ ਛੱਡਣ ਲੱਗਾ ਤੇ ਮੇਰੀ ਜੋਤ ਲੈਣੇ ਵਿੱਚ ਪ੍ਰਵੇਸ਼ ਕਰ ਗਈ, ਤੇ ਮੈਂ ਇਹਦਾ ਨਾਮ ਕਨਵਰਟ ਕਰ ਦਿੱਤਾ, ਇਹਦਾ ਨਾਮ ਅੰਗਦ ਕਰ ਦਿੱਤਾ, ਅੰਗ ਨਾਲ ਲਾ ਕੇ ਅੰਗਦ ਬਣਾ ਦਿੱਤਾ ਅੱਜ ਤੋਂ ਬਾਅਦ। ਹਾਂਜੀ, ਸ਼੍ਰੀ ਚੰਦ ਨੂੰ ਮੈਂ ਨਹੀਂ ਦੇ ਸਕਿਆ, ਲక్ష్ਮੀ ਦਾਸ ਜੀ ਚੀਜ਼ ਦਾ ਹੱਕਦਾਰ ਨਹੀਂ ਬਣ ਸਕਿਆ, ਲੈਣੇ ਨਹੀਂ ਦਿੱਤੇ। ਇਸੇ ਤਰੀਕੇ ਨਾਲ ਗੁਰੂ ਗੋਬਿੰਦ ਰਾਏ ਤੱਕ ਚੀਜ਼ ਚੱਲਦੀ ਹੈ। ਗੁਰੂ ਗੋਬਿੰਦ ਪਾਤਸ਼ਾਹ ਨੇ ਇਹ ਤਰਜੀਹ ਦੇ ਕੇ ਆਤਮਾ ਗ੍ਰੰਥ ਵਿੱਚ ਤੇ ਸਰੀਰ ਪੰਥ ਵਿੱਚ ਰੱਖ ਦਿੱਤਾ, ਦੋ ਚੀਜ਼ਾਂ ਰੱਖ ਦਿੱਤੀਆਂ। ਪ੍ਰਾਜ ਪੰਥ ਦੱਸ ਦਿਓ ਹੱਥ ਵਿੱਚ, ਤੁਸੀਂ ਸਾਰੇ ਉਹਦੇ ਨੁਮਾਇੰਦੇ ਹੋ। ਜਿੱਦਾਂ ਅਸੀਂ ਖੜੇ ਹੋ ਜਾਵਾਂਗੇ, ਕਿਸੇ ਦੀ ਜ਼ਰੂਰਤ ਨਹੀਂ ਪੰਥ ਨੂੰ ਕੋਈ ਇਹਦੇ 'ਚ ਕੋਈ ਕਮੀ ਪੇਸ਼ੀ ਕਰਦਾ। ਮੈਂ ਨਿੱਜੀ ਤੌਰ ਤੇ ਖੜਾ ਹੋਣਾ, ਤੁਸੀਂ ਆਪਣੇ ਤੌਰ ਤੇ ਖੜੇ ਹੋਣਾ, ਬਸ ਇੰਨਾ ਫਰਕ ਹੈ। ਇਹ ਨਹੀਂ ਕਿ ਮੈਂ ਕਹੀ ਜਾਵਾਂ ਤੇ ਮੈਂ ਲਾਵਾਂ ਤੇ ਤੁਸੀਂ ਸੁਣੀ ਜਾਓ ਤੇ ਤੁਸੀਂ ਫਿਰ ਉੱਠੀ ਰਹੋ, ਫਿਰ ਇਹ ਗੱਲ ਸਾਡੀ ਸਾਂਝ ਨਹੀਂ ਬਣਨੀ। ਤੁਹਾਨੂੰ ਇੱਕ ਵਾਰ ਚੁੱਕਣਾ ਪੈਣਾ, ਚੁੱਕ ਲਓ ਇੱਕ ਵਾਰ, ਕੋਈ ਗੱਲ ਨਹੀਂ। ਸਾਨੂੰ ਭਾਰਤ ਵਿੱਚ ਹੱਕ ਹੈ। ਉਹ ਕੁੜੀਓ ਮੁੰਡਿਓ, ਉਹ ਨੌਜਵਾਨ ਧੀਓ, ਨੌਨ ਚੀਜ਼ੀ ਕਿਰਪਾਨ ਪਾ ਕੇ ਅਸੀਂ ਭਾਰਤ ਦੇ ਜਹਾਜ਼ ਵਿੱਚ ਸਫ਼ਰ ਕਰ ਸਕਦੇ ਹਾਂ। ਡੋਮੈਸਟਿਕ ਫਲਾਈਟ ਨੂੰ ਕਹਿੰਦੇ ਆ। ਅਸੈਂਬਲੀ ਜਾ ਸਕਦੇ, ਲੋਕ ਸਭਾ ਜਾ ਸਕਦੇ, ਵਿਧਾਨ ਸਭਾ ਜਾ ਸਕਦੇ, ਰਾਜ ਸਭਾ ਜਾ ਸਕਦੇ। ਸਾਡੇ ਕੋਲ ਹੱਕ ਹੈ ਸੰਵਿਧਾਨਕ ਭਾਰਤ ਦੇ ਦਾ। ਸਾਡੇ ਕੇਸਾਂ ਦੀ ਜਿਹੜਾ ਤੁਸੀਂ ਨਾਈ ਨੂੰ ਪੈਸੇ ਦੇ ਕੇ ਬੇਅਦਬੀ ਕਰਾਉਂਦੇ ਹੋ, ਸਾਡੇ ਕੇਸਾਂ ਦੀ ਕੋਈ ਬੇਅਦਬੀ ਕਰੇ, ਗੁਰੂ ਬਖਸ਼ ਦੀ ਮੋਹਰ ਦੀ, ਸਾਡੀ ਦਸਤਾਰ ਦੀ ਕੋਈ ਬੇਅਦਬੀ ਕਰੇ, ਸਾਡੀ ਕਿਰਪਾਨ ਦੀ ਬੇਅਦਬੀ ਕਰੇ, ਉਹਨੂੰ 2 ਸਾਲ ਦੀ ਸਜ਼ਾ ਭਾਰਤ ਦਾ ਦੇ ਰਿਹਾ ਸੰਵਿਧਾਨ। ਅੱਜ ਤੁਸੀਂ ਸਭ ਕੁਝ ਸਿੱਕੇ ਤੇ ਟੰਗ ਕੇ ਆਪਣੀ ਕੌਮ ਦੀ ਇਹ ਹੱਕ ਕਰਨ ਲੱਗੇ ਆ। ਸਭ ਤੋਂ ਜ਼ਿਆਦਾ ਕੁਰਬਾਨੀਆਂ ਮੁੱਠੀ ਭਰ ਵੱਡੀ ਕੌਮ ਦੀਆਂ, ਛੋਟੇ ਛੋਟੇ ਬੱਚੇ ਲੀਦੀਆਂ ਤੇ ਮੇਰੀ ਮਾਮਾ ਨੇ ਟੰਗਾਏ। ਅੱਜ ਤੁਹਾਡੇ ਬੱਚੇ ਜਪਜੀ ਸਾਹਿਬ ਦਾ ਪਾਠ ਵੀ ਨਹੀਂ ਜਾਣਦੇ, ਸਾਹਿਬਜ਼ਾਦਿਆਂ ਦੇ ਨਾਂ ਨਹੀਂ ਜਾਣਦੇ। 300 ਸਾਲ ਤੁਹਾਡੀ ਇਹ ਹਾਲਤ ਹੋਈ ਹੈ। ਐਸੀ ਉਹੀ ਲੜੀ ਚੱਲਦੀ ਹੈ। ਗੋਬਿੰਦ ਰਾਏ ਗੋਬਿੰਦ ਸਿੰਘ ਬਣ ਲੱਗੇ ਨੇ। 5 ਪਿਆਰਿਆਂ ਨੇ ਪਹਿਲਾਂ ਸੀਸ ਕਤਲ ਕਰਕੇ ਉਹਨਾਂ ਵਿੱਚ ਨਵੀਂ ਰੂਹ ਫੂਕਦੇ ਨੇ। ਉਹ ਰੂਹ ਫੂਕ ਕੇ ਉਹਨਾਂ ਵਿੱਚ ਉਹਨਾਂ ਨੇ ਜਾਤਾਂ ਬਦਲ ਦਿੱਤੀਆਂ ਜਾਂਦੀਆਂ। ਇੱਕ ਦਾ ਧੜ, ਇੱਕ ਦਾ ਸਿਰ। ਨਾਈਆਂ ਦਾ ਸਿਰ ਜੱਟਾਂ ਦੇ ਧੜ ਤੇ ਜੱਟਾਂ ਦਾ ਸਿਰ ਸਿੰਬਿਆਂ ਦੇ ਧੜ ਤੇ। ਕੋਈ ਕਿਤੇ ਕਰ ਦਿੱਤਾ, ਕੋਈ ਕਿਤੇ ਕਰ ਦਿੱਤਾ। 5 ਧੜ ਸਨ ਤੇ ਸਿਰ ਸਨ, ਤੇ ਸਿਰ ਕਤਲ ਕਰਕੇ ਇੱਕ ਦੂਜੇ ਨਾਲ ਜੋੜਦੇ ਵੇ। ਕਦੇ ਵੀ ਨਾ ਕਹਿਣਗੇ ਮੈਂ ਨਾਈ ਰਹਿ ਗਿਆ ਤੇ ਮੈਂ ਸਿੰਬਾ ਰਹਿ ਗਿਆ। ਇਹ ਕਹਿਣਗੇ ਮੈਂ ਗੁਰੂ ਦਾ ਖਾਲਸਾ। ਖਾਸ ਕਰਕੇ ਮੈਂ ਨੌਜਵਾਨ ਬੱਚਿਆਂ ਨੂੰ ਕਹਿੰਦਾ, ਸਾਡੀ ਉਮਰ ਲੰਘ ਗਈ ਹੈ, ਸਾਡੀ ਉਮਰ ਲੰਘ ਗਈ ਹੈ। ਗੁਰੂ ਨੇ ਰਹਿਮਤ ਰੱਖੀ ਹੈ, ਤੁਹਾਡੀ ਸੀਸ ਰਹੀ ਹੈ। ਕੋਈ ਪ੍ਰੋਬਲਮ ਜ਼ਿਆਦਾ ਕ੍ਰੀਏਟ ਨਹੀਂ ਹੋਈ, ਦਿਮਾਗੀ ਅਪਸੈਟ ਜ਼ਰੂਰ ਹੋ ਗਏ, ਹੋਰ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਜ਼ਿਆਦਾ। ਗ੍ਰਸਤ ਦੇ ਜੀਵਨ ਵਿੱਚ ਕੋਈ ਪ੍ਰੋਬਲਮ ਨਹੀਂ ਆਉਣੀ। ਤੁਹਾਡੀ ਰਹਿਮਤ ਹੈ, ਮਹਾਂਪੁਰਖਾਂ ਦੀ ਸੀਸ ਹੈ, ਗੁਰੂਆਂ ਦਾ ਆਸ਼ੀਰਵਾਦ ਹੈ, ਅਕਾਲ ਪੁਰਖ ਦੀ ਰਹਿਮਤ ਹੈ। ਪਰ ਜਿੱਦਾਂ ਤੁਸੀਂ ਧੱਕੇ ਖਾ ਕੇ ਉੱਥੇ ਚਲੇ ਗਏ, ਉੱਥੇ ਮੇਲਾ ਬਣਾ ਕੇ ਆ ਗਏ, ਉੱਥੇ 10 ਰੁਪਏ 100 ਰੁਪਏ ਚੜਾ ਕੇ ਆਪਣਾ ਸੈਟੀਸਫਾਈਡ ਕਰ ਲਿਆ। ਬਾਬੇ ਦੇ ਵਿਆਹ ਦੇ ਪੈਸੇ ਦੇ ਦਿੱਤੇ ਤੇ ਨਾ ਬਾਣੀ ਪੜ੍ਹੀ, ਨਾ ਨਸ਼ੇ ਛੱਡੇ, ਨਾ ਝੂਠ ਬੰਦ ਕੀਤਾ। ਇਹਦੇ ਨਾਲ ਕਦੇ ਵੀ ਗੁਰੂ ਖੁਸ਼ ਨਹੀਂ।
और बाबे ने जेबा भर दी हैं, बाबे ने कोई करतूत नहीं है, ना थानू पता का नहीं सीधे तौर पर कह दिता भी ये लोग कदे भी अधूरे पूरे को पछाण नहीं सकते। तो मैं इन्हों सीधे हुक्म ला देना कि सब सिखन को हुक्म है गुरु मानियो। आ गल से इकट्ठे होना इतने बड़ा लॉजिक सी गल। अगली बेनती है कि जो पांच प्यारे सानू पौड़ छकाणगे उधर सानू खास संदेश देंगे। मैं सानू ये नहीं कह सकता साडा गुरु तुहाडा गुरु हुक्म नहीं कर सकता भी अज तो तुहाडा गुरु बनया गुरु ग्रंथ साहब। मैं थानू रिमाइंडर दे सकदा, याद दिला सकदा। ये हुक्म देणगे कि पांच प्यारे हुक्म देणगे कि अज तो तुहाडा अमृतधारी जिन्नी पौड़ छकनी है इन्हां दा गुरु बनया श्री गुरु। अज तक तुहाडा धर्म का प्यो बनया गुरु गोबिंद सिंह, पहली कौम दुनिया की जिथे प्यो बनाया गया गुरु गोबिंद सिंह तुहाडा प्यो बनया, जिन्हें थोड़ी पर उंगली की सी थोड़े हाथ करके आज देखदा फौमन कि तुसी मेरे बच्ची बच्चियां हो, तुझे हाथ ला दी है। एक पासे साहिबजादे हुण कुर्बानियां दे दिन आने हैं, इन्हीं शराबा पी के ठेके ते बैठे होना ते होटल च मीट खाते होना ते गद्दे डीजे लाए होने ते भंगड़े पाने। हद हो गई कौम की। वो कटबने का 5-7 दिनों में तुसी घंटा 1.5 घंटा अपने गुरुद्वारा च बैठ के और उन्होंने याद में ताजा करते हुए और दिन अपनी सीन सामने लियाओ। बेशक उस टाइम में बड़ी बड़ी फिल्म ला लो कि फिर ऐसा करो सतनाम वाहेगुरु सतनाम वाहेगुरु सतनाम वाहेगुरु। हर गुरुद्वारे में सवेरे बैठ के पहले ऐसा दूसरी बोलना सी रचना करके अंतर गुर रचना देवा जप गुर नेत्री सतगुर देखना श्रवणी सुनना ते सतगुर छेती रत्या दर कह पाई है। और दरगाह गुरु कह रहे हैं दरगाह है किसी कितना कहते हैं दरगाह नहीं है। थोड़ी की सोच है थोड़ी गुरु की गल कंडम कर दो ताहे धक्के खान लगे हो। ऐसी सवेरे सारे नाम जपते अपने गुरुद्वारे च बैठ के किते ना जाते फिर अपना नितनेम दी अरदास हुंदी हुक्मनामे मिलदी कथा जे कीर्तन रखना ते आसा जी वार कुछ कीर्तन करते उन्हां दी चंगी साखी दिंदे ग्रंथी सिंह नूं ओदी चंगी इंटरव्यू लैंदे ओदी ट्रांसफर करनगे ट्रांसफर ਕੀਤੀ ਜਾਂਦੀ ਹੈ अपनी बैग की सारी दी सारी ਸਾਡੇ ਕੋਲ ਦਿਸ ਜਾਏ। ਜਦੋਂ ਸਾਡੀ ਸਰਕਾਰ ਕੋਲ ਸਾਡੀ ਸਰਵਸੁਖ ਬਣੀ ਹੁੰਦੀ ਹੈ ਸਾਰੀ ਡੇਟ ਦੀ ਸਾਡੀ ਜਿਵੇਂ ਦਾਸ ਨੇ 40 ਸਾਲ ਸਰਵਿਸ ਕੀਤੀ 39 ਸਾਲ ਤੇ 39 ਸਾਲ ਦੀ ਮੇਰੇ ਹਰ ਸਾਲ ਦੀ ਜਿਹੜੀ ਰਿਪੋਰਟ ਭਰੀ ਹੋਈ ਹੈ ਮੇਰੇ ਸੀਨੀਅਰ ਨੇ ਵੀ ਬੰਦੇ ਨੇ ਕਿੰਨਾ ਕੰਮ ਕੀਤਾ ਸਾਲ ਵਿੱਚ ਉਹ ਗ੍ਰੰਥੀ ਦੀ ਪੂਰੀ ਰਿਪੋਰਟ ਜਾਏ ਇਹਦਾ ਪੂਰਾ ਦਫ਼ਤਰਖਾਨਾ ਹੋਏ ਉੱਥੇ ਸਾਰੇ ਬੈਠੇ ਹੋਣ ਜੇ ਉਹਦੀ ਬਦਲੀ ਕਰਨੀ ਤਾਂ ਫਟਾਫਟ ਚੁੱਕ ਕੇ ਪੇਪਰ ਇਹ ਨਾ ਹੋਏ ਵੀ ਉੱਥੇ ਲਾਗਤਬਾਜ਼ੀ ਨਾ ਹੋਵੇ ਵੀ ਇਹਨਾਂ ਮੇਰੇ ਅੱਗੇ ਬੋਲਿਆ ਤੇ ਮੈਨੂੰ ਹੁਣ ਬਠਿੰਡੇ ਭੇਜਣਾ। ਇਹ ਗੱਲ ਗਲਤ ਹੈ। ਇਹ ਸਾਡਾ ਈਗੋ ਹੈ। सिस्टम बनाओ कि मुंडे इकट्ठे होकर बनाना अगले धीयां इस गल को फॉलो कर। इस करके ये पहली कौम है जिथे साडा प्यो बनाया गया एक मां साहब कौर बनाई गई एक साडा बर्थ प्लेस बनाया गया केसगढ़ का एक साडा पिंड बनाया गया आनंदपुर साहब। ये पहली कौम है दुनिया की जिधर थानू जन्म मिल गया। अगली बेनती है कि 5 बाणियां उस वेले दी 2 बाणियां शाम दियां मूल मंत्र गुरमंत्र का जाप नाल सिद्धांतां दी पालना श्री गुरु ग्रंथ साहिब तो बिना किसी बाबे को नहीं जाना कबर ते नहीं जाना। इत्थे खाकी खोलन रहे ने वैसे छोटे छोटे पेड़ थानू जल सकाण रहे ने और सेहत दे असूल हुंदे ने पौष्टिक डाइट रखनी फिजिकल फिटनेस रखनी है ते नाल नाल कदे किसी दा बुरा नहीं करना गुरबाणी के परमात्मा ते सिद्ध रखना सरल रोखा औखद नाम बाणी गाउनी है बाणी समझनी है बाणी अनुसार चलना है। अगली बेनती है कि 5 प्यारे ने पीगो पोहल 5 कक्के रखने ने जाति बात तो ऊपर उठना एक परमात्मा तो बिना किसी देवी देवते को माड़ा नहीं कहना ना किसी कबर को डरना धागे गरीबों को डरना जिहदे करते जितने चलदा उहदे कर कोई धागा जे करूगा तो उहदा असर उल्टा उहदे ते बैठूगा। अगली है पीवो पोहल खंडे तार हो जन सेना बाबा बाबा गोबिंद सिंह आपने गुर चेला उसे तरीके ना गोबिंद राय उन्होंने लगे जाचना करके 5 प्यारे ने पहुंच सकन लगे ने अंदर मेरे नाम सिंह लाओ प्यारे हो
ਖਾਲਸਾ ਮੇਰੋ ਸਤਿਗੁਰ ਪੂਰਾ ਪਹੁੰਚ ਸਕਦੇ ਨੇ। ਆਪਣੇ ਨਾਮ ਅਮਰ ਸਿੰਘ ਪਦ ਜੋੜਦੇ ਨੇ। ਗੋਬਿੰਦ ਸਿੰਘ ਸਾਨੂੰ ਹੁਕਮ ਕਰਦੇ ਨੇ ਇੱਥੇ ਪਹੁੰਚ ਸਕੇ ਤੁਸੀਂ ਸਿੰਘ ਤੇ ਕੋਰਾ ਬਣਨਾ ਹੁਣ ਅੱਗੇ ਤੋਂ। ਇਹ ਹੈ ਆਪੇ ਕੋ ਚੇਲਾ ਰਹਿਣੀ ਰਹੇ ਸੋਈ ਸਿੱਖ ਮੇਰਾ। ਇਹ ਵੀ ਪਹਿਲਾ ਪੈਗੰਬਰ ਬਾਬਾ ਨਾਨਕ ਜਿਹੜਾ ਕਹਿੰਦਾ ਮੇਰੇ ਦੱਸੇ ਹੋਏ ਵਿਚਾਰਾਂ ਦੀ ਜਿਹੜਾ ਰਹਿ ਕੀਤਾ ਪਾਲਣਾ ਕਰੂਗਾ ਤੇ ਉਹ ਮੇਰਾ ਅਫਸਰ ਹੋਊਗਾ ਤੇ ਮੈਂ ਉਹਦਾ ਦਾਸ ਹਾਂ। ਅੱਜ ਤੱਕ ਕਿਸੇ ਪੈਗੰਬਰ ਨੇ ਆਪਣੇ ਚੇਲੇ ਨੂੰ ਇੰਨਾ ਰੁਤਬਾ ਨਹੀਂ ਦਿੱਤਾ। ਰਹਿ ਰਹੇ ਸੋਈ ਸਿੱਖ ਮੇਰਾ ਉਸ ਹੈ ਮੈਂ ਉਸका ਚੇਰਾ ਰਹਿਤ ਬਿਨਾਂ ਨਾ ਸਿੱਖ ਕਹਾਵੇ। ਜਿਹੜਾ ਮੇਰੇ ਦੱਸੇ ਹੋਏ ਵਿਚਾਰਾਂ ਦੀ ਪਾਲਣਾ ਨਹੀਂ ਕਰੂਗਾ ਮੇਰਾ ਸਿੱਖ ਨਹੀਂ ਹੋਊਗਾ। ਕਿਸੇ ਕਬਰ ਦਾ ਸਿੱਖ ਹੋ ਜੇ ਲੈ ਜਾਓ ਫਕੀਰ ਜਿੱਥੇ ਲੈ ਕੇ ਜਾਣਾ। ਕਿਸੇ ਬਾਬੇ ਦਾ ਸਿੱਖ ਹੋਏਗਾ ਤਾਂ ਉਹਨੂੰ ਧੱਕੇ ਪਵਾਏ ਜਿੱਥੇ ਪਵਾਉਣੇ ਆਪ ਨੂੰ ਪੈਣ ਦੇ ਨਾਲ ਉਹਨੂੰ ਵੀ ਪਵਾਓ। ਮੇਰਾ ਉਹ ਰਿਸ਼ਤਾ ਨਹੀਂ ਬਣਦਾ। ਰਹਿਤ ਬਿਨਾਂ ਨਾ ਸਿੱਖ ਕਹਾਵਾ ਰਹਿਤ ਬਿਨਾਂ ਦਰ। ਉਹ ਸੱਚੇ ਦਰਗਾਹ ਤੇ ਜਦੋਂ ਜਾਏਗਾ ਤਾਂ ਚੋਟਾਂ ਖਾਏਗਾ ਪਛਤਾਏਗਾ ਮੁੜ ਕੇ। ਆਖਰੀ ਹੈ ਸਤਿਗੁਰ ਬਾਝੋ ਨਗੁਰੇ ਕਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਬਿਨਾਂ ਸਿੱਖਾਂ ਦਾ ਕੋਈ ਗੁਰੂ ਨਹੀਂ ਹੋ ਸਕਦਾ। ਤੇ ਜਿਹੜਾ ਗੁਰੂ ਵਾਲਾ ਨਹੀਂ ਬਣਿਆ ਉਹਦਾ ਨਾਂ ਲੈਣਾ ਭੈੜਾ, ਜਿਹਦਾ ਗੱਲਾਂ ਕਰਨੀਆਂ ਭੈੜੀਆਂ, ਖਾਣਾ ਹੱਥ ਦਾ ਖਾਣਾ ਭੈੜਾ। ऐसी बेदीना की दोस्ती बेदीना का सिफ्ती साल ना जानी सदा बस ऐसा। थोड़े तगड़े हो। मैंने थोड़ा जहा हाथ जोड़ के बेनती करनी पैंदी है। और मैं कोई ज्यादा बड़ा कोई संत नहीं, मैंने ना संत बना के पता नहीं कितनी गल्लां करके पता नहीं की बन गया। मैंने पूछ लियो मेरी गोडी हाथ लाने तो पहला पूछ लो कि तू है की है, फिर मेरे नाल तालमेल बनायो। ਤੁਸੀਂ ਅੱਗੇ ਚੱਕਰ 'ਚ ਪੈ ਜਾਂਦੇ ਬੰਦਾ ਮਰ ਜਾਂਦਾ ਫਿਰ ਤੁਸੀਂ ਉਹਦੀ ਥਾਂ ਨੂੰ ਦੌੜੇ ਰਹਿੰਦੇ ਕਿ ਹੁਣ ਬਾਬੇ ਦੇ ਥਾਂ ਹੀ ਚੱਲੀਏ ਉੱਥੇ ਚੱਲੀਏ। ਪਰ ਨਹੀਂ ਤੁਹਾਨੂੰ ਸ਼ਬਦ ਨਾਲ ਜੋੜਿਆ। ਸ਼ਬਦ ਦੀ ਸਾਂਝ ਜੁਗੋ ਜੁਗ ਤੇ ਸਰੀਰ ਦੀ ਸਾਂਝ ਕਦੇ ਵੀ ਪੱਕੀ ਨਹੀਂ ਰਹੀ। ਇਸ ਕਰਕੇ ਗੁਰੂ ਪਾਤਸ਼ਾਹ ਨੇ ਸਾਡੇ ਤੇ ਲਾਣ ਜਹਾਦ ਲਾਈ ਹੈ। ਦੇ ਤਾਰੀ ਗਾਹ ਦੀ ਸਾਨੂੰ ਸ਼ਬਦ ਗੁਰੂ ਨਾਲ ਜੋੜ ਕੇ ਆਪਣਾ ਪੰਥ ਨੂੰ ਨਿਰਾਲਾ ਕਰਦਾ। ਕੀਤੋ ਆਪਣਾ ਪੰਥ ਨਿਰਾਲਾ। ਇਹ ਖਾਲਸਾ ਪੰਥ ਬਾਰੇ ਥੋੜੀ ਜਿਹੀ ਵਿਚਾਰਧਾਰਾ ਐਨੀਆਂ ਕਿ ਆਪ ਜੀ ਦੇ ਚਰਨਾਂ 'ਚ ਬੇਨਤੀਆਂ ਕਰਦੇ ਹਾਂ। ਬਹੁਤ ਬੰਦਿਆਂ ਨੂੰ ਜਿਹੜੇ ਮੁੰਡੇ ਕੇਸ ਕਟਾਉਂਦੇ ਨੇ ਉਹਨਾਂ ਨੂੰ ਮੇਰੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਇਹ ਕਿਹੜਾ ਸਾਨੂੰ ਪੈਸੇ ਦਿੰਦਾ, ਅਸੀਂ ਆਪ 150 ਰੁਪਈਆ ਖਰਚਦੇ ਹਾਂ, ਆਪਣੀ ਜੇਬ 'ਚੋਂ ਖਰਚਦੇ। ਜਿਹੜੇ ਸ਼ਰਾਬ ਪੀਂਦੇ ਉਹਨਾਂ ਨੂੰ ਵੀ ਮੇਰੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਜਿਹਨੇ ਕਈ ਗੁਰੂ ਧਾਰਨ ਕੀਤੇ ਨੇ ਉਹ ਵੀ ਬੜੇ ਔਖੇ ਹੁੰਦੇ ਨੇ ਵੀ ਇਹ ਕਿੱਥੋਂ ਆ ਗਿਆ ਨਵਾਂ ਬਾਬਾ। ਬਾਕੀ ਉਹਨਾਂ ਦੀ ਠੀਕ ਹੈ, ਨਵਾਂ ਬਾਬਾ ਹੈ ਨਹੀਂ ਨਾ ਕਿਤੋਂ ਆਇਆ। ਗੁਰੂ ਪਾਤਸ਼ਾਹ ਰਹਿਮਤ ਕਰ ਉਹਨਾਂ ਕੋਲ ਮੈਂ ਮਾਫੀ ਮੰਗਦਾ ਜੇ ਮੇਰੇ ਕੋਲ ਫੈਸ਼ਨ ਵਾਲਿਆਂ ਨੇ ਕੁੜੀਆਂ ਨੂੰ ਕਹਿ ਦਿੰਦਾ ਇਹ ਕਹਿੰਦੇ ਵੀ ਹੈ 4 ਦਿਨ ਹੰਡਾੜਦੇ ਹੁੰਦੇ। ਪਰ 4 ਦਿਨ ਹੰਡਾੜਦੇ ਹੁੰਦੇ ਤੇ ਲੰਮਾ ਉਮਰ ਦੁੱਖ ਭੋਗਣ ਦੇ ਵੀ ਆ ਜਾਂਦੇ ਉਹ ਵੀ ਨਾਲੇ ਸੁੱਖੋਂ ਉੱਠੇ ਭੋਗੋਂ ਉੱਠੇ ਰੋਗ ਦੁੱਖ ਸਵਾਇਆ। ਇਹਨਾਂ ਚੀਜ਼ਾਂ ਤੋਂ ਦੁੱਖ ਪ੍ਰਾਪਤ ਹੁੰਦਾ। ਤੇ ਗੁਰੂ ਪਾਤਸ਼ਾਹ ਰਹਿਮਤ ਕਰ ਇੰਨੀਆਂ ਬੇਨਤੀਆਂ ਕਰਦੇ ਆ ਜੇ ਕਿਸੇ ਨੂੰ ਮੇਰੀ ਮੂਰਖ ਮੱਤੀ ਤੋਂ ਭੌਂਕਣ ਤੋਂ ਗੁੱਸਾ ਲੱਗਿਆ ਤੇ ਮੈਂ ਸਾਰੀ ਸੰਗਤ ਤੋਂ ਆਪ ਜੀ ਦੇ ਮਨ ਕਰਕੇ ਜੋੜਿਆਂ 'ਚ ਖਲੋ ਕੇ ਗੁਰੂ ਦੇ ਦਰਬਾਰ ਤੋਂ ਸਮੇਤ ਗੁਰੂ ਪਾਤਸ਼ਾਹ ਗ੍ਰੰਥੀ ਸਿੰਘ ਤੇ ਕੀਰਤਨੀਆਂ ਤੋਂ ਸੰਗਤ ਦੇ ਚਰਨਾਂ 'ਚ ਖਲੋ ਕੇ ਮਾਫੀ ਮੰਗਦਾ ਤਾਂ ਕਿ ਤੁਸੀਂ ਬੜੇ ਵਿਸ਼ਾਲ ਹਿਰਦੇ ਦੇ ਲੋਕ ਹੋ ਜ਼ਰੂਰ ਮਾਫ ਕਰ ਦੋਗੇ। ਜੇ ਇੱਕ ਅੱਧੀ ਮੇਰੀ ਗਲਤੀ ਮਾਫ ਕਰੋਗੇ ਤਾਂ ਪਰਮਾਤਮਾ ਤੁਹਾਨੂੰ ਜ਼ਰੂਰ ਮਾਫ ਕਰੇਗਾ। ਇੱਕ ਸਿਸਟਮ ਬਣ ਚੁੱਕਿਆ ਹੈ। ਅਗਲੀ ਬੇਨਤੀ ਹੈ ਕਿ ਜਿਹੜੀ ਪੰਥ ਦਾ ਫਿਕਰ ਹੈ ਉਹ ਸਾਰੇ ਕਰੋ, ਇਕੱਠੇ ਹੋ। ਜਦੋਂ ਅਸੀਂ 50 ਬੰਦੇ ਲਿਖ ਗਏ ਇੱਕੋ ਝੰਡੇ ਥੱਲੇ ਇਕੱਠੇ ਹੋ ਗਏ ਫਿਰ ਸਾਡੀ ਬਾਹ ਵੱਲ ਕੋਈ ਨਹੀਂ ਦੇਖ ਸਕਦਾ। ਜਿਹੜੇ 15 ਬੰਦੇ ਨਹੀਂ ਰਲਣਗੇ ਉਹਨਾਂ ਨੂੰ ਅਸੀਂ ਫਟਾਫਟ ਆਪਣੇ ਨਾਲ ਜੋੜਾਂਗੇ। ਰਿਸ਼ਤੇ ਨਾਤੇ ਤੋੜ ਕੇ ਪਾਠ ਪੜ੍ਹਨ ਤੋਂ ਬਿਨਾਂ ਜਾਂ ਫਿਰ ਉਹਨਾਂ ਨੂੰ ਖੁੱਲੀ ਦਿੱਲੀ ਹੈ ਨੂਰ ਮਹਿਲੀਆਂ ਦੇ ਤੇਲੇ ਬਣ ਉੱਧਰ ਬਣ ਜਾਣ ਕਿਸੇ ਹੋਰ ਪਾਸੇ ਜਾਣਾ ਉਹਨਾਂ ਦੀਆਂ ਕੁੜੀਆਂ ਲੈਣ ਕੇ ਉਹਨਾਂ ਨੂੰ ਕੁੜੀਆਂ ਲੈਣ ਕੇ ਉਹਨਾਂ ਦੇ ਕੰਮ ਲੈਣ ਦੇ ਜਮਾ ਉਹ ਕੋਈ ਧਰਮ ਨਹੀਂ ਹੈ। ਆ ਜਿਹੜਾ ਸਾਈ ਧਰਮ ਹੈ ਇਹਦਾ ਖਦਸ਼ਾ ਹੈ ਸਾਨੂੰ ਉੱਥੇ ਨਾ ਬਾਲਾਂ ਦੀ ਕੋਈ ਪਾਬੰਦੀ ਹੈ ਜੋ ਤੁਹਾਨੂੰ ਨਸ਼ਿਆਂ ਦੀ ਕੋਈ ਪਾਬੰਦੀ ਨਹੀਂ। ਪਤਾ ਨਹੀਂ ਕਿੰਨਾ ਭਲਾ ਕਰਨਗੇ ਇੱਥੇ ਜੇ ਇੱਦਾਂ ਹੀ ਗੱਲਾਂ ਕਹਿ ਕੇ ਤੁਸੀਂ ਬਸ ਪਾਣੀ ਦੀ ਬੋਤਲ ਲੈ ਲਓ ਭਲਾ ਹੋ। ਅਸੀਂ ਵੀ ਕਹੀਏ ਕਿ ਕਿਰਪਾਨ ਪਾ ਲਓ ਭਲਾ ਹੋਊਗਾ। ਇਹਦਾ ਨਹੀਂ ਇੱਕ ਸਾਡਾ ਸ਼ੁਰੂਆਤ ਹੈ ਜੀਵਨ ਦਾ ਅੱਗੇ ਜੀਵਨ ਦਾ ਪੱਧਰਨਾ ਇਹਨਾਂ ਮੈਮਰੀ ਨੂੰ ਪੁੱਟ ਕਰਨੀ ਹੈ। ਸੋ ਜੇ ਕਿਸੇ ਨੂੰ ਐਸਾ ਮੇਰੇ ਬਕਵਾਸਬਾਜ਼ੀ ਤੋਂ ਦੁੱਖ ਲੱਗਿਆ ਤੇ ਮੈਂ ਖਿਮੰਦਾ ਜਾ ਸਕੇ। ਗੁਰੂ ਪਾਤਸ਼ਾਹ ਰਹਿਮਤ ਕਰ ਸਾਡੇ ਨਗਰ ਖੇੜਾ ਚ ਪੰਜਾਬ ਦੀ ਧਰਤੀ ਖੁਸ਼ ਸੁਖੀ ਵਸੇ, ਮੇਰਾ ਦੇਸ਼ ਖੁਸ਼ਹਾਲ ਹੋਏ, ਮੇਰੇ ਸੰਸਾਰ ਵਿੱਚ ਕੋਈ ਬੰਦਾ ਦੁਖੀ ਨਾ ਕਰਦਾ ਹੋਏ, ਸਾਰਿਆਂ ਦੀ ਰੂਹ ਖਿੜੇ ਚ ਹੋਏ ਤੇ ਥੋੜਾ ਜਿਹਾ ਰਹਿਣਾ ਤੇ ਫਿਰ ਆਪਣਾ ਚੱਲ ਕਰ ਜਾਣਾ। ਮੁੜ ਕੇ ਅਸੀਂ ਇਹਨਾਂ ਘਰਾਂ ਨੂੰ ਕਦੇ ਵੀ ਦੇਖਣ ਨਹੀਂ, ਇਹ ਪਰਿਵਾਰ ਨੂੰ ਕਦੇ ਵੀ ਸੁਪਨੇ ਵਿੱਚ ਨਹੀਂ ਦੇਖ ਸਕਦੇ।
ਇਸ ਕਰਕੇ ਇਹਨਾਂ ਇੰਨਾ ਵੀ ਬੋਝ ਨਾ ਪਾਓ ਕਿ ਤੁਹਾਨੂੰ ਛੱਡਣ ਲੱਗਿਆ ਤੰਗੀ ਹੋਵੇ ਤੇ ਇੰਨਾ ਹੀ ਰੁਕਾਰੋ ਵੀ ਨਾ ਕਿ ਤੁਸੀਂ ਇਕੱਲੇ ਰਹਿ ਜਾਓ। ਇਹ ਬੜਾ ਸਿਸਟਮ ਹੁੰਦਾ ਉਹਦੇ ਜੋੜ ਕੇ ਚੱਲਣਾ ਹੁੰਦਾ। ਇੰਨੀਆਂ ਬੇਟੀਆਂ ਕੁਰਬਾਨ ਕਰਦੇ ਹੋ, ਫਤਿਹ ਬੁਲਾਓ। ਇੱਕ ਮੇਰੇ ਵੀਰ ਜੀ ਨਾਲ ਹਜੇ ਘੱਟੋ ਘੱਟ ਅੱਧਾ ਘੰਟਾ ਇਹਨਾਂ ਦਾ ਪਿਆ ਇਹ ਕੀਰਤਨ ਕਰਨਾ ਹੈ ਤੇ ਦਾਸ ਨਾਲ ਫਤਿਹ ਦੀ ਸਾਂਝ ਪਾਉਂਦੇ ਹੋਏ ਉਹਨੂੰ ਅੱਗੇ ਵਧਣ ਦਾ ਅਸ਼ੀਰਵਾਦ ਦਿਓ। ਗੱਜ ਕੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ।